ਬੱਚਿਆਂ ਦੇ ਵਿੱਚ ਹੀ ਇਹ ਸ਼ੂਗਰ ਦੀ ਬਿਮਾਰੀ ਕਿਉਂ ਆ ਰਹੀ ਆ? ਸੋ ਜਿਹੜੇ ਵੀ ਮਾਪੇ ਆਪਣੇ ਬੱਚਿਆਂ ਨੂੰ ਡਾਇਬੀਟੀਜ਼ ਟਾਈਪ 1 ਜਾਂ ਇਸ ਤਰ੍ਹਾਂ ਦੀ ਬਿਮਾਰੀਆਂ ਤੋਂ ਬਚਾਉਣਾ ਚਾਹੁੰਦੇ ਨੇ, ਯੂ ਹੈਵ ਟੂ ਥਿੰਕ ਅਬਾਊਟ ਦਿਸ ਕਿ ਤੁਸੀਂ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਦੇ ਟੀਕੇ ਲਾਉਣਾ ਚਾਹੁੰਦੇ ਹੋ ਜਾਂ ਨਹੀਂ ਲਾਉਣਾ ਚਾਹੁੰਦੇ। ਤਾਂ ਇਹਦਾ ਮਤਲਬ ਹੈ ਕਿ ਤੁਸੀਂ ਵੈਕਸੀਨ ਲਾਉਣ ਤੋਂ ਰੋਕਣ ਲਈ ਕਹਿ ਰਹੇ ਹੋ? ਮਾਂ ਪਿਓ ਦਾ ਫਰਜ਼ ਬਣਦਾ ਹੈ ਕਿ ਆਪਣੇ ਬੱਚਿਆਂ ਦੀ ਸਿਹਤ ਵਾਸਤੇ ਆਪਣਾ ਖੁਦ ਦਾ ਰਿਸਰਚ ਕਰਨ, ਕਿਉਂਕਿ ਕੱਲ ਨੂੰ ਕੁਝ ਬੱਚਿਆਂ ਨੂੰ ਹੁੰਦਾ ਹੈਗਾ ਤੇ ਉਹ ਜ਼ਿੰਮੇਵਾਰੀ ਸਰਕਾਰ ਵੀ ਨਹੀਂ ਲਏਗੀ, ਕੋਈ ਵੀ ਨਹੀਂ ਲੈ ਸਕਦਾ। ਹੁਣ ਐਨੀਮਲ ਪ੍ਰੋਡਕਟਸ ਕਿਹੜੇ ਜੈਲੇਟਿਨ ਹੋ ਸਕਦਾ, ਸੂਅਰ ਦਾ ਮਾਸ, ਇਸ ਤੋਂ ਇਲਾਵਾ ਪ੍ਰੈਗਨੈਂਟ ਕਾਊਜ਼ ਜਿਹੜੀ ਗਾਂ ਹੁੰਦੀਆਂ ਨੇ ਉਹਨਾਂ ਦੇ ਬੱਚਿਆਂ ਨੂੰ ਕੱਢ ਕੇ ਉਹਦਾ ਖੂਨ ਜਿਹੜਾ ਹੈਗਾ ਦਿਲ ਵਿੱਚੋਂ ਕੱਢ ਕੇ ਤੇ ਇਹਨਾਂ ਵੈਕਸੀਨਸ ਨੂੰ ਬਣਾਇਆ ਜਾਂਦਾ ਹੈ, ਜਿਨ੍ਹਾਂ ਵਿੱਚ ਦੁੱਧ ਨੂੰ ਪੈਕੇਟ ਵਿੱਚ ਦਿੱਤਾ ਜਾਂਦਾ ਹੈ। ਇਸ ਕਰਕੇ ਬਿਮਾਰੀਆਂ ਜਿਹੜੀ ਅੱਜਕੱਲ ਵੱਧ ਰਹੀਆਂ ਨੇ ਤੇ ਕਾਫੀ ਸਾਰੇ ਡਾਕਟਰਸ ਐਂਡ ਸਾਇੰਟਿਸਟ ਕਹਿ ਰਹੇ ਨੇ ਕਿ ਦੁੱਧ ਪੀਣਾ ਛੱਡ ਦੇਵੋ। ਪਰ ਜਦ ਉਹਨੇ ਸਾਡੀ ਡਾਈਟ ਸ਼ੁਰੂ ਕੀਤੀ ਤੇ 3-6 ਮਹੀਨੇ ਵਿੱਚ ਹੀ ਉਹਦਾ ਜਿਹੜਾ ਸ਼ੂਗਰ ਜਿਹੜਾ ਸੀਗਾ ਉਹ ਇਸ ਰੇਂਜ ਵਿੱਚ ਆ ਗਿਆ ਕਿ ਸਿਰਫ 10-12 ਯੂਨਿਟ ਇਨਸੂਲਿਨ ਲੈ ਕੇ ਵੀ ਉਹਦਾ ਦਿਨ ਦਾ ਕੰਮ ਚੱਲਣ ਲੱਗ ਪਿਆ। ਜਿਹੜੇ ਮਾਪਿਓ ਆਪਣੇ ਬੱਚਿਆਂ ਨੂੰ ਚਾਹੁੰਦੇ ਨੇ ਕਿ ਨਾ ਇਸ ਤਰ੍ਹਾਂ ਦੀ ਪ੍ਰੋਬਲਮਸ ਹੋਣ, ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਬੱਚਿਆਂ ਨੂੰ ਸਤਨਪਾਨ ਹੀ ਕਰਾਉਣਾ ਚਾਹੀਦਾ ਹੈ। ਮਦਰਸ ਮਿਲਕ ਇਜ਼ ਦਾ ਫੂਡ ਫॉर द ਚਾਈਲਡ। ਪਰ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਬੱਚਿਆਂ ਨੂੰ ਇਹ ਖਾਣਾ ਖਵਾਉਣਾ ਕਿਵੇਂ ਹੈ, ਕਿਉਂਕਿ ਬੱਚੇ ਅੱਜ ਕੱਲ ਜੰਕ ਫੂਡ ਖਾਂਦੇ ਨੇ ਜਾਂ ਫਿਰ ਬੱਚੇ ਲੇਜ਼ ਵਗੈਰਾ ਖਾਂਦੇ ਨੇ, ਚਾਕਲੇਟਸ ਦੇ ਉੱਤੇ ਰਹਿੰਦੇ ਨੇ, ਰੋਟੀ ਵੱਲ ਤਾਂ ਉਹ ਮੂੰਹ ਹੀ ਨਹੀਂ ਕਰਦੇ। ਸ਼ੂਗਰ ਦੀ ਬਿਮਾਰੀ ਦਾ ਕਿਵੇਂ ਆਪਣੀ ਰਸੋਈ ਦੇ ਵਿੱਚ ਹੀ ਜੋ ਪਦਾਰਥ ਮੌਜੂਦ ਹੁੰਦੇ ਨੇ ਉਹਦੇ ਨਾਲ ਇਲਾਜ ਕੀਤਾ ਜਾ ਸਕਦਾ ਹੈ, ਗੋਲੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਉਹ ਸ਼ੂਗਰ ਦੀ ਬਿਮਾਰੀ ਦੇ ਵਿੱਚ ਕਾਫੀ ਮਾਹਿਰਤਾ ਰੱਖਦੇ ਨੇ ਡਾਕਟਰ ਸਾਹਿਬ। ਤੇ ਜਿਹੜਾ ਪਿਛਲੀ ਵਾਰ ਆਪਾਂ ਸਭ ਤੋਂ ਪਹਿਲਾ ਪ੍ਰੋਗਰਾਮ ਸ਼ੁਰੂ ਕੀਤਾ ਸੀ, ਇਸ ਨਵੇਂ ਪ੍ਰੋਗਰਾਮ ਦਾ ਸਭ ਤੋਂ ਪਹਿਲਾ ਪਾਰਟ ਕੀਤਾ ਸੀ ਆਪਾਂ, ਉਹ ਵੀ ਡਾਇਬਟੀਜ਼ ਨੂੰ ਲੈ ਕੇ ਸੀ, ਸ਼ੂਗਰ ਨੂੰ ਲੈ ਕੇ। ਤੁਸੀਂ ਸਾਰੇ ਦਰਸ਼ਕਾਂ ਨੇ ਬਹੁਤ ਹੀ ਉਸ ਪ੍ਰੋਗਰਾਮ ਨੂੰ ਹੁੰਗਾਰਾ ਦਿੱਤਾ ਹੈ, ਬਹੁਤ ਹੀ ਪਸੰਦ ਕੀਤਾ ਹੈ ਅਤੇ ਬਹੁਤ ਸਾਰੇ ਸਵਾਲ ਵੀ ਸਾਨੂੰ ਤੁਹਾਡੇ ਮਿਲੇ ਨੇ। ਬਹੁਤ ਸਾਰੇ ਸਵਾਲ ਆਏ ਨੇ ਬੱਚਿਆਂ ਦੇ ਵਿੱਚ ਜਿਹੜੀ ਸ਼ੂਗਰ ਦੀ ਬਿਮਾਰੀ ਹੈ ਉਸ ਨੂੰ ਲੈ ਕੇ। ਸੋ ਅੱਜ ਆਪਾਂ ਡਾਕਟਰ ਸਾਹਿਬ ਤੋਂ ਖਾਸ ਤੌਰ ਤੇ ਬੱਚਿਆਂ ਦੇ ਅੰਦਰ ਜਿਹੜੀ ਸ਼ੂਗਰ ਪਾਈ ਜਾਂਦੀ ਹੈ ਤੇ ਕਿਸ ਤਰੀਕੇ ਦੇ ਨਾਲ ਉਸ ਸ਼ੂਗਰ ਦਾ ਬੱਚਿਆਂ ਦੇ ਅੰਦਰ ਬਚਪਨ ਦੇ ਵਿੱਚ ਹੀ ਆਪਾਂ ਕੰਟਰੋਲ ਕਰ ਸਕਦੇ ਹਾਂ, ਉਸ ਬਿਮਾਰੀ ਨੂੰ ਕੰਟਰੋਲ ਕਰ ਸਕਦੇ ਹਾਂ, ਉਸ ਤੇ ਆਪਾਂ ਅੱਜ ਗੱਲਬਾਤ ਕਰਾਂਗੇ। ਸੋ ਡਾਕਟਰ ਕਮਲਪ੍ਰੀਤ ਸਿੰਘ ਸਾਡੇ ਨਾਲ ਜੁੜ ਚੁੱਕੇ ਨੇ ਸਿੱਧਾ ਕੈਨੇਡਾ ਤੋਂ। ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਸਾਡੇ ਖਾਸ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਡਾਕਟਰ ਸਾਹਿਬ ਕੀ ਹਾਲ ਚਾਲ ਨੇ ਤੁਹਾਡੇ? ਪ੍ਰੋਗਰਾਮ ਬਹੁਤ ਵਧੀਆ ਗਿਆ ਹੈਗਾ, ਪਹਿਲਾਂ ਬਹੁਤ ਦਰਸ਼ਕਾਂ ਨੇ ਪਸੰਦ ਕੀਤਾ ਹੈ, ਉਹਦੇ ਲਈ ਤੁਹਾਨੂੰ ਅਸੀਂ ਜ਼ਰੂਰ ਵਧਾਈਆਂ ਦੇਵਾਂਗੇ। ਹਾਂਜੀ, ਬਹੁਤ-ਬਹੁਤ ਧੰਨਵਾਦ ਜੀ। ਤੇ ਮੈਂ ਵੀ ਚੜ੍ਹਦੀ ਕਲਾ ਵਿੱਚ ਹਾਂ ਤੇ ਮੈਂ ਦੇਖ ਰਿਹਾ ਸੀਗਾ ਕਿ 2 ਲੱਖ ਆਲਮੋਸਟ ਸਾਡੇ ਵਿਊਜ਼ ਆ ਚੁੱਕੇ ਆ ਉਸ ਵੀਡੀਓ ਤੇ 1 ਹਫ਼ਤੇ ਦੇ ਅੰਦਰ। ਜੀ। ਸੋ ਡਾਕਟਰ ਸਾਹਿਬ ਡਾਇਬਟੀਜ਼ ਜਿਹੜੀ ਬੱਚਿਆਂ ਦੇ ਵਿੱਚ ਪਾਈ ਜਾਂਦੀ ਹੈ ਉਹ ਤੇ ਆਪਾਂ ਗੱਲਬਾਤ ਕਰਾਂਗੇ ਕਿ ਬੱਚਿਆਂ ਦੇ ਵਿੱਚ ਹੀ ਇਹ ਸ਼ੂਗਰ ਦੀ ਬਿਮਾਰੀ ਕਿਉਂ ਆ ਰਹੀ ਹੈ। ਆਮ ਤੌਰ ਤੇ ਪਹਿਲਾਂ ਆਪਾਂ ਸੁਣਦੇ ਹੁੰਦੇ ਸੀ ਕਿ ਘਰ ਦੇ ਵੱਡੇ ਬਜ਼ੁਰਗਾਂ ਨੂੰ ਇਹ ਬਿਮਾਰੀ ਹੋ ਰਹੀ ਹੈ, ਤੇ ਇਹ ਜਿਹੜਾ ਬੱਚਿਆਂ ਦੇ ਵਿੱਚ ਡਾਇਬਟੀਜ਼ ਦੀ ਬਿਮਾਰੀ ਪੈਦਾ ਹੋ ਰਹੀ ਹੈ, ਇਹ ਕੀ ਅੱਜ ਦੇ ਜ਼ਮਾਨੇ ਦੇ ਵਿੱਚ ਹੀ ਹੋ ਰਹੀ ਹੈ? ਅੱਜ ਦਾ ਜਿਹੜਾ ਲਾਈਫ ਸਟਾਈਲ ਚੇਂਜ ਹੋਇਆ ਉਸ ਕਰਕੇ ਬਿਮਾਰੀ ਆ ਰਹੀ ਹੈ? ਕੀ ਤੁਹਾਡੀ ਖੋਜ ਹੈ ਇਸ ਦੇ ਬਾਰੇ? ਹਾਂ, ਡਾਇਬੀਟੀਜ਼ ਟਾਈਪ 1 ਕਿਉਂ ਹੋ ਰਿਹਾ ਹੈ ਉਸ ਤੋਂ ਪਹਿਲਾਂ ਆਪਾਂ ਥੋੜਾ ਸਮਝ ਲਈਏ ਕਿ ਇਹ ਬਿਮਾਰੀ ਹੈ ਕੀ। ਸੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ, ਦਿਸ ਇਜ਼ ਐਨ ਆਟੋ ਇਮਿਊਨ ਡਿਸਆਰਡਰ। ਆਟੋ ਇਮਿਊਨ ਡਿਸਆਰਡਰ ਦਾ ਮਤਲਬ ਹੈ ਕਿ ਤੁਹਾਡੀ ਬੋਡੀ ਦੀ ਜਿਹੜੀ ਇਮਿਊਨਿਟੀ ਹੈ, ਜਿਹੜੀ ਰੋਗ ਪ੍ਰਤੀਰੋਧਕ ਸ਼ਮਤਾ ਹੈ, ਇਹ ਕਿਸੇ ਫੋਰਨ ਇਨਵੇਡਰ ਨੂੰ ਤੇ ਆਪਣੀ ਬੋਡੀ ਦੇ ਜਿਹੜੇ ਪੈਨਕ੍ਰੀਏਟਿਕ ਬੀਟਾ ਸੈਲਸ ਨੇ ਇਹਦੇ ਵਿੱਚ ਡਿਫਰੈਂਸ ਨਹੀਂ ਸਮਝ ਪਾ ਰਿਹਾ, ਔਰ ਐਜ਼ ਅ ਰਿਜ਼ਲਟ ਬੋਡੀ ਦੀ ਇਮਿਊਨਿਟੀ ਹੀ ਆਪਣੇ ਹੀ ਬੋਡੀ ਦੇ ਚੰਗੇ ਸੈਲਸ ਨੂੰ ਵੀ ਮਾਰਨਾ ਸ਼ੁਰੂ ਕਰ ਦਿੰਦੀ ਹੈ। ਮੈਂ ਇੱਕ ਐਗਜ਼ਾਮਪਲ ਨਾਲ, ਉਦਾਹਰਨ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ। ਜਿਵੇਂ ਫੋਰ ਐਗਜ਼ਾਮਪਲ ਮੰਨ ਲਓ ਕਿਸੇ ਸ਼ਹਿਰ ਵਿੱਚ ਕੋਈ ਚੋਰ ਆਇਆ ਤੇ ਕਮਿਸ਼ਨਰ ਨੇ ਕਿਹਾ ਇੰਸਪੈਕਟਰ ਨੂੰ ਕਿ ਬਈ ਚੋਰ ਆਇਆ ਸਾਡੇ ਸ਼ਹਿਰ ਵਿੱਚ ਤੇ ਉਹਨੂੰ ਫੜਨਾ ਹੈਗਾ। ਤੇ ਇੰਸਪੈਕਟਰ ਨੇ ਪੁੱਛਿਆ ਕਿ ਬਈ ਦੱਸੋ ਫਿਰ ਉਹ ਚੋਰ ਦਿਖਦਾ ਕਿੱਦਾਂ, ਆਪਾਂ ਕਿਵੇਂ ਫੜਾਂਗੇ? ਕਮਿਸ਼ਨਰ ਨੇ ਕਿਹਾ ਕਿ ਉਹ ਜਿਹੜਾ ਚੋਰ ਹੈ ਨਾ, ਉਸ ਨੂੰ ਪਕੜਨ ਦਾ ਤਰੀਕਾ ਹੈ ਉਹਨੂੰ ਪਹਿਚਾਨਣਾ ਪਏਗਾ, ਉਹਨੇ ਕਾਲੇ ਰੰਗ ਦਾ ਕੋਟ ਪਾਇਆ ਹੈ। ਤੇ ਹੁਣ ਹੋਏਗਾ ਕੀ ਤੁਸੀਂ ਸਮਝ ਰਹੇ ਹੋ ਮੇਰੀ ਗੱਲ ਨੂੰ ਮੈਂ ਕੀ ਕਹਿ ਰਿਹਾ? ਹੁਣ ਜਦ ਇੰਸਪੈਕਟਰ ਜਾਏਗਾ ਤੇ ਜਿੰਨੇ ਲੋਕਾਂ ਨੇ ਕਾਲੇ ਰੰਗ ਦਾ ਕੋਟ ਪਾਇਆ ਹੋਏਗਾ ਉਹ ਸਾਰੇ ਫੜੇ ਜਾਣਗੇ, ਤੇ ਮੈਂ ਵੀ ਕਾਲਾ ਪਾਇਆ ਤੇ ਹੋ ਸਕਦਾ ਮੈਂ ਵੀ ਫੜਾ ਜਾਵਾਂ। ਕਹਿੰਦਾ ਭਾਵ ਇਹ ਹੈ ਕਿ ਡਿਫਰੈਂਸ਼ੀਏਟ ਨਹੀਂ ਹੋ ਪਾਇਆ ਕਿ ਚੋਰ ਕਿਹੜਾ ਹੈਗਾ ਤੇ ਸਾਧਾਰਨ ਮਨੁੱਖ ਕਿਹੜਾ ਹੈ ਜਿਹਨੇ ਨਾਰਮਲ ਕਾਲਾ ਕੋਟ ਪਾਇਆ ਹੋਇਆ ਸੀਗਾ। ਸੋ ਐਜ਼ ਅ ਰਿਜ਼ਲਟ ਜਿਹੜੀ ਬੋਡੀ ਦੀ ਇਮਿਊਨਿਟੀ ਹੈ, ਜਿਹੜਾ ਡਿਫੈਂਸ ਮੈਕੈਨਿਜ਼ਮ ਹੈ, ਉਹ ਨਾ ਸਿਰਫ ਉਸ ਚੋਰ ਨੂੰ ਪਕੜਨ ਦੀ ਕੋਸ਼ਿਸ਼ ਕਰੇਗਾ ਬਲਕਿ ਆਪਣੀ ਬੋਡੀ ਦੇ ਚੰਗੇ ਸੈਲਸ ਨੂੰ ਵੀ ਮਾਰਨਾ ਸ਼ੁਰੂ ਕਰ ਦੇਗਾ। ਤੇ ਹੋਏਗਾ ਕਿ ਜੇ ਉਹਨੇ ਬੋਡੀ ਦੀ ਪੈਨਕ੍ਰੀਆਟਿਕ ਬੀਟਾ ਸੈਲਸ ਨੂੰ ਅਟੈਕ ਕਰਨਾ ਸ਼ੁਰੂ ਕਰਤਾ
ਤੇ ਐਜ਼ ਅ ਰਿਜ਼ਲਟ ਉਹ ਪੈਨਕ੍ਰੀਆਟਿਕ ਬੀਟਾ ਸੈਲਸ ਜੋ ਇਨਸੂਲਿਨ ਨੂੰ ਬਣਾਉਂਦੇ ਸੀਗੇ ਉਹ ਡਿਸਟਰੋਏ ਹੋਣੇ ਸ਼ੁਰੂ ਹੋ ਜਾਣਗੇ। ਉਹ ਡਿਸਟਰੋਏ ਹੋਣੇ ਸ਼ੁਰੂ ਜੀ ਹੋ ਜਾਣਗੇ ਤੇ ਇਨਸੂਲਿਨ ਪ੍ਰੋਪਰਲੀ ਬਣੇਗਾ ਨਹੀਂ, ਤੇ ਜਿੰਨਾ ਸ਼ੂਗਰ ਨੂੰ ਰੈਗੂਲੇਟ ਕਰਨ ਵਾਸਤੇ ਸਾਨੂੰ ਇਨਸੂਲਿਨ ਚਾਹੀਦਾ ਸੀਗਾ ਉਹਦੀ ਕਮੀ ਹੋਣ ਕਰਕੇ ਸਾਡੇ ਖੂਨ ਦੇ ਵਿੱਚ ਸ਼ੂਗਰ ਦੀ ਮਾਤਰਾ ਬਹੁਤ ਜ਼ਿਆਦਾ ਹੋ ਜਾਏਗੀ, ਜਿਸ ਕਰਕੇ ਸਾਨੂੰ ਕੁਝ ਲੱਛਣ ਆਣੇ ਸ਼ੁਰੂ ਹੋ ਜਾਣਗੇ, ਜਿਵੇਂ ਡਾਇਬੀਟੀਜ਼ ਟਾਈਪ 1 ਦੇ ਕੇਸਿਸ ਹੁੰਦਾ ਹੈ ਕਿ ਬਾਰ-ਬਾਰ ਪਿਸ਼ਾਬ ਆਉਂਦਾ ਹੈ, ਬਾਰ-ਬਾਰ ਪਿਆਸ ਲੱਗਦੀ ਹੈ, ਅਚਾਨਕ ਤੋਂ ਬੱਚੇ ਦਾ weight loss ਹੋ ਜਾਂਦਾ ਹੈ, ਥਕਾਨ ਵੀਕਨੈਸ ਲੱਗਦੀ ਹੈ। ਸੋ ਇਸ ਤਰ੍ਹਾਂ ਦੇ ਸਿੰਪਟਮਸ ਜਿਹੜੇ ਇਸ ਬਿਮਾਰੀ ਕਰਕੇ ਆ ਜਾਂਦੇ ਨੇ। ਜੀ ਜੀ। ਸੋ ਡਾਕਟਰ ਸਾਹਿਬ ਜਿਹੜਾ ਹੈਗਾ ਤੁਸੀਂ ਪਹਿਲਾਂ ਜਿਵੇਂ ਜਦੋਂ ਆਪਾਂ ਪਿਛਲਾ ਪ੍ਰੋਗਰਾਮ ਕੀਤਾ ਸੀ ਤਾਂ ਜਿਹੜੀ ਵੱਡਿਆਂ ਦੇ ਅੰਦਰ ਸ਼ੂਗਰ ਆ ਉਹਨੂੰ ਤੁਸੀਂ ਟਾਈਪ 2 ਡਾਇਬੀਟੀਜ਼ ਦੱਸਿਆ ਸੀ, ਬੱਚਿਆਂ ਵਾਲੀ ਦਾ ਨਾਮ ਜਿਹੜਾ ਹੈਗਾ ਡਾਇਬੀਟੀਜ਼ 1 ਦੱਸਿਆ। ਇਹਨਾਂ ਦੇ ਵਿੱਚ ਫਰਕ ਹੈਗਾ ਕੋਈ, ਕੀ ਫਰਕ ਹੈ? ਹਾਂਜੀ ਹਾਂਜੀ ਹਾਂਜੀ, ਇਹਨਾਂ ਵਿੱਚ ਫਰਕ ਹੈਗਾ। ਜਿਹੜੀ ਟਾਈਪ 2 ਡਾਇਬੀਟੀਜ਼ ਹੁੰਦੀ ਹੈ ਦੈਟ ਇਜ਼ ਅ ਮੈਟਾਬੋਲਿਕ ਡਿਸਆਰਡਰ। ਉਹਦੇ ਵਿੱਚ ਕੀ ਹੁੰਦਾ ਹੈ, ਬੋਡੀ ਜੀ ਦੀ ਪੈਨਕ੍ਰੀਆਸ ਇਨਸੂਲਿਨ ਬਣਾਉਂਦੀ ਤਾਂ ਹੈ, ਲੇਕਿਨ ਉਹ ਇਨਸੂਲਿਨ ਜਿਹੜਾ ਹੈ ਬੋਡੀ ਪ੍ਰੋਪਰਲੀ ਯੂਟਿਲਾਈਜ਼ ਨਹੀਂ ਕਰ ਪਾਉਂਦੀ, ਕਿਉਂਕਿ ਬੋਡੀ ਵਿੱਚ ਇਨਸੂਲਿਨ ਰੈਸਿਸਟੈਂਸ ਹੋ ਜਾਂਦਾ ਹੈ। ਯਾਨੀ ਕਿ ਇਨਸੂਲਿਨ ਬਣ ਰਿਹਾ ਹੈ ਪਰ ਯੂਜ਼ ਨਹੀਂ ਹੋ ਪਾ ਰਿਹਾ, ਤੇ ਉਹਨੂੰ ਯੂਜ਼ ਕਰਨ ਨਾ ਹੋਣ ਦਾ ਕਾਰਨ ਇਹ ਹੁੰਦਾ ਹੈ ਕਿ ਸਾਡੀ ਲਾਈਫ ਸਟਾਈਲ ਇਸ ਤਰ੍ਹਾਂ ਹੋ ਗਿਆ ਹੈ ਤੇ ਐਕਸਰਸਾਈਜ਼ ਅਸੀਂ ਨਹੀਂ ਕਰਦੇ, ਰਿਫਾਈਨਡ ਚੀਜ਼ਾਂ ਬਹੁਤ ਜ਼ਿਆਦਾ ਖਾਂਦੇ ਨੇ, ਰॉ ਫਰੂਟਸ ਐਂਡ ਜੀ ਵੈਜੀਟੇਬਲ ਬਹੁਤ ਘੱਟ ਖਾਂਦੇ ਨੇ, ਫਾਈਬਰ ਘੱਟ ਖਾਂਦੇ ਨੇ, ਜਿਸ ਕਰਕੇ ਸਾਡੇ ਜਿਹੜਾ ਇਨਸੂਲਿਨ ਹੈਗਾ ਉਹ ਪ੍ਰੋਪਰਲੀ ਯੂਟਿਲਾਈਜ਼ ਨਹੀਂ ਹੋ ਪਾ ਰਿਹਾ ਸਾਡੇ ਲਾਈਫ ਸਟਾਈਲ ਕਰਕੇ। ਜੇ ਅਸੀਂ ਆਪਣਾ ਲਾਈਫ ਸਟਾਈਲ ਸੁਧਾਰਨਾ ਸ਼ੁਰੂ ਕਰ ਦਈਏ ਤੇ ਧੀਰੇ ਧੀਰੇ ਮੈਟਾਬੋਲਿਜ਼ਮ ਠੀਕ ਹੋ ਜਾਂਦਾ ਹੈ ਐਂਡ ਡਾਇਬੀਟੀਜ਼ ਟਾਈਪ 2 ਬੜੀ ਛੇਤੀ ਠੀਕ ਹੋ ਜਾਂਦੀ ਹੈ। ਲੇਕਿਨ ਟਾਈਪ 1 ਦੇ ਕੇਸ ਵਿੱਚ ਇਟ ਇਜ਼ ਐਨ ਆਟੋ ਇਮਿਊਨ ਡਿਜ਼ੀਜ਼, ਤੇ ਇਹਦੇ ਵਿੱਚ ਤਾਂ ਫਰਕ ਹੁੰਦਾ ਹੈ। ਤੇ ਤੁਸੀਂ ਸਵਾਲ ਪਹਿਲਾਂ ਪੁੱਛਿਆ ਸੀਗਾ ਕਿ ਇਹ ਅੱਜ ਦੇ ਦਹਾਕੇ ਵਿੱਚ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ, ਅੱਜ ਤੋਂ ਪਹਿਲਾਂ ਵੀ ਹੁੰਦਾ ਸੀ, ਰਾਈਟ? ਜੀ ਜੀ ਜੀ, ਤੁਸੀਂ ਆਪ ਸੋਚੋ, ਜਿਸ ਵੇਲੇ ਆਪਾਂ ਸਕੂਲ ਵਿੱਚ ਪੜ੍ਹਦੇ ਸੀਗੇ ਜਾਂ ਆਪਾਂ ਛੋਟੇ ਹੁੰਦੇ ਸੀ, ਤੁਸੀਂ ਕਿੰਨੇ ਬੱਚਿਆਂ ਨੂੰ ਸੁਣਿਆ ਸੀਗਾ ਕਿ ਡਾਇਬੀਟੀਜ਼ ਹੁੰਦੀ ਹੈ? ਤੁਸੀਂ ਦੱਸੋ। ਬਿਲਕੁਲ, ਮੈਂ ਕਿਸੇ ਨੂੰ ਨਹੀਂ ਸੁਣਿਆ ਸੀ। ਮੈਂ ਤਾਂ ਸਗੋਂ ਸਾਡੇ ਘਰ ਦੇ ਵਿੱਚ ਵੀ ਸਗੋਂ ਮੇਰੇ ਦਾਦਾ ਜੀ ਨੂੰ, ਮੇਰੇ ਦਾਦੀ ਜੀ ਨੂੰ ਸ਼ੂਗਰ ਸੀ, ਤਾਂ ਮੈਨੂੰ ਲੱਗਦਾ ਹੁੰਦਾ ਸੀ ਕਿ ਬਜ਼ੁਰਗਾਂ ਦੀ ਬਿਮਾਰੀ ਹੈ, ਸ਼ਾਇਦ ਵੱਡੇ ਹੋ ਕੇ ਹੀ ਲੱਗਦੀ ਹੈ। ਜੀ ਬਿਲਕੁਲ, ਲੇਕਿਨ ਅੱਜ ਦੇ ਡੇਟ ਵਿੱਚ ਬਹੁਤ ਸਾਰੇ ਬੱਚੇ ਇਸ ਦੁਨੀਆ ਵਿੱਚ ਨੇ ਜਿਨ੍ਹਾਂ ਨੂੰ ਛੋਟੀ ਉਮਰ ਵਿੱਚ ਹੀ ਡਾਇਬੀਟੀਜ਼ ਹੋ ਰਹੀ ਹੈ, ਯਾਨੀ 2 ਸਾਲ ਦੀ ਉਮਰ ਵਿੱਚ, 3 ਸਾਲ ਦੀ ਉਮਰ ਵਿੱਚ। ਮੇਰੇ ਕੋਲ ਵੀ ਕਾਫੀ ਸਾਰੇ ਇਸ ਤਰ੍ਹਾਂ ਦੇ ਕਲਾਇੰਟਸ ਨੇ। ਸੋ ਮੈਂ ਇਸ ਜੀ ਚੀਜ਼ ਬਾਰੇ ਖੋਜ ਕਰਨ ਦੀ ਕਾਫੀ ਕੋਸ਼ਿਸ਼ ਕੀਤੀ, ਔਰ ਜਿਹੜੀ ਅੱਜਕੱਲ ਜਿਹੜੀ ਮਾਡਰਨ ਮੈਡੀਕਲ ਇੰਡਸਟਰੀ ਹੈ ਉਹਨਾਂ ਦੇ ਅਕੋਰਡਿੰਗ ਡਾਇਬੀਟੀਜ਼ ਟਾਈਪ 1 ਜਿਹੜੀ ਹੈ ਇਹ ਜੈਨੇਟਿਕ ਡਿਸਆਰਡਰ ਹੈ, ਯਾਨੀ ਮਾਂ ਪਿਓ ਤੋਂ ਹੋ ਸਕਦੀ ਹੈ, ਜਾਂ ਇਹਦਾ ਕਾਰਨ ਅਨਨੋਨ ਹੈ, ਯਾਨੀ ਪਤਾ ਨਹੀਂ ਕਿਸੇ ਨੂੰ ਵੀ ਕਿ ਕਿਉਂ ਹੋ ਰਹੀ ਹੈ। ਲੇਕਿਨ ਜਿਵੇਂ ਜਿਵੇਂ ਮੈਂ ਰਿਸਰਚ ਕਰਦਾ ਗਿਆ ਤੇ ਮੇਰੇ ਅੱਗੇ ਬੜੀ ਸ਼ੌਕਿੰਗ ਫਾਈਂਡਿੰਗਸ ਆਉਂਦੀਆਂ ਗਈਆਂ। ਦੇਖੋ, ਛੋਟੇ ਬੱਚਿਆਂ ਨੇ ਕੋਈ ਇਸ ਤਰ੍ਹਾਂ ਦੀ ਮਾੜੀ ਚੀਜ਼ ਤਾਂ ਕੋਈ ਖਾਧੀ ਨਹੀਂ, ਕੋਈ ਚੀਜ਼ ਪੀਤੀ ਨਹੀਂ ਕਿ ਉਹਨਾਂ ਨੂੰ ਡਾਇਬੀਟੀਜ਼ ਹੋ ਜਾਵੇ। ਸੋ ਉਹਨਾਂ ਨੂੰ ਲਾਈਫ ਜੀ ਸਟਾਈਲ ਕਰਕੇ ਤਾਂ ਇਹ ਪ੍ਰੋਬਲਮ ਹੈ ਨਹੀਂ। ਸੋ ਹੁਣ ਠੀਕ ਸੈਕੰਡਲੀ ਚੀਜ਼ ਜਿਹੜੀ ਸਾਡੇ ਸਾਹਮਣੇ ਆਈ ਉਹ ਇਹ ਹੈ ਕਿ ਅੱਜ ਤੋਂ 40-50 ਸਾਲ ਪਹਿਲੇ ਛੋਟੇ ਬੱਚਿਆਂ ਨੂੰ ਪੈਦਾ ਹੁੰਦੇ ਸਾਰ ਦੁਨੀਆ ਭਰ ਦੇ ਟੀਕੇ ਨਹੀਂ ਲਾਏ ਜਾਂਦੇ ਸੀ। ਅੱਜ ਦੇ ਡੇਟ ਵਿੱਚ ਛੋਟਾ ਬੱਚਾ, ਇੱਕ ਬੱਚਾ ਜਦ ਪੈਦਾ ਹੁੰਦਾ ਹੈ ਤੇ ਪੈਦਾ ਹੁੰਦੇ ਹੀ ਉਹਨੂੰ ਵਿਟਾਮਿਨ ਕੇ ਸ਼ਾਟ, ਹੈਪੇਟਾਈਟਿਸ ਦੇ ਟੀਕੇ ਲੱਗ ਜਾਂਦੇ ਨੇ, ਫਿਰ ਵੱਡਾ ਹੁੰਦਾ ਹੈ ਤੇ ਡੀ ਟੈਪ, MMR, ਇਸ ਤਰ੍ਹਾਂ ਦੇ ਟੀਕੇ, ਵੈਕਸੀਨਸ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ। ਔਰ ਇਹ ਜਿਹੜੀ ਵੈਕਸੀਨਸ ਹੁੰਦੀਆਂ ਨੇ, ਇਹਨਾਂ ਦੇ ਜਿਹੜੇ ਇੰਗਰੀਡੀਐਂਟਸ ਹੁੰਦੇ ਨੇ ਉਹ ਬਹੁਤ ਹੀ ਜ਼ਿਆਦਾ ਕਹਿ ਲਓ ਖਤਰਨਾਕ ਇੱਕ ਤਰ੍ਹਾਂ ਨਾਲ ਹੁੰਦੇ ਨੇ। ਅਗਰ ਮੈਂ ਤੁਹਾਨੂੰ ਲਿਸਟ ਦੱਸਾਂ ਤੇ ਜਿਵੇਂ ਐਲੂਮੀਨੀਅਮ ਹੋ ਗਿਆ, ਗਲਾਈਫੋਸੇਟ ਹੋ ਗਿਆ, ਫਾਰਮੈਲਡੀਹਾਈਡ ਹੋ ਗਿਆ, ਗਲੂਟੈਰਾਲਡੀਹਾਈਡ ਹੋ ਗਿਆ, ਮਰਕਰੀ ਹੋ ਗਿਆ। ਇਸ ਤੋਂ ਇਲਾਵਾ ਉਹਨਾਂ ਵਿੱਚ ਐਨੀਮਲ ਪ੍ਰੋਡਕਟਸ ਪੈਂਦੇ ਨੇ, ਔਰ ਇਸ ਤੋਂ ਇਲਾਵਾ ਅਬੋਰਟਡ ਫੀਟਲ ਸੈਲਸ ਪੈਂਦੇ ਨੇ। ਹੁਣ ਐਨੀਮਲ ਪ੍ਰੋਡਕਟਸ ਕਿਹੜੇ ਕਿਹੜੇ? ਜੈਲੇਟਿਨ ਹੋ ਸਕਦਾ, ਸੂਅਰ ਦਾ ਮਾਸ। ਇਸ ਤੋਂ ਇਲਾਵਾ ਪ੍ਰੈਗਨੈਂਟ ਕਾਉਜ਼, ਜਿਹੜੀ ਗਾਂ ਹੁੰਦੀਆਂ ਨੇ, ਉਹਨਾਂ ਦੇ ਬੱਚਿਆਂ ਨੂੰ ਕੱਢ ਕੇ ਉਹਦਾ ਖੂਨ ਜਿਹੜਾ ਹੈਗਾ ਦਿਲ ਵਿੱਚੋਂ ਕੱਢ ਕੇ ਤੇ ਇਹਨਾਂ ਵੈਕਸੀਨਸ ਨੂੰ ਬਣਾਇਆ ਜਾਂਦਾ ਹੈ। ਇਸ ਤੋਂ ਇਲਾਵਾ ਛੋਟੇ ਜਿਹੜੇ ਅੱਛਾ ਗਰਭਵਤੀ ਮਹਿਲਾਵਾਂ ਹੁੰਦੀਆਂ ਨੇ, ਉਹਨਾਂ ਦੇ ਬੱਚਿਆਂ ਦਾ ਅਬੋਰਸ਼ਨ ਹੁੰਦਾ ਹੈ ਤੇ ਉਹਨਾਂ ਦੇ ਸੈਲਸ, ਚਾਹੇ ਲੰਗ ਟਿਸ਼ੂਜ਼ ਹੋ ਗਏ, ਚਾਹੇ ਕਿਡਨੀ ਸੈਲਸ ਹੋ ਗਏ, ਉਹਨਾਂ ਨੂੰ ਲੈ ਕੇ ਇਹਨਾਂ ਵੈਕਸੀਨਸ ਦੇ ਵਿੱਚ ਵਾਇਰਸਸ ਦਾ ਕਲਚਰ ਕੀਤਾ ਜਾਂਦਾ ਹੈ। ਸੋ ਇਹ ਜਿਹੜੀ ਸਾਰੀ ਚੀਜ਼ਾਂ ਨੇ, these were suspected to cause autoimmune reactions, ਤੇ ਬਹੁਤ ਸਾਰੇ ਦੁਨੀਆ ਦੇ ਸਾਇੰਟਿਸਟ, ਡਾਕਟਰਸ ਨੇ ਰਿਸਰਚ ਕੀਤਾ ਤੇ ਉਹਨਾਂ ਨੇ ਪਤਾ ਲਗਾਇਆ ਕਿ ਜਿਵੇਂ ਜਿਵੇਂ ਜਿੱਥੇ-ਜਿੱਥੇ ਵੈਕਸੀਨਸ ਜ਼ਿਆਦਾ ਦਿੱਤੀਆਂ ਗਈਆਂ, ਟੀਕੇ ਜ਼ਿਆਦਾ ਦਿੱਤੇ ਗਏ, ਉਹਨਾਂ ਹੀ ਬੱਚਿਆਂ ਵਿੱਚ ਜ਼ਿਆਦਾ ਅਸਥਮਾ, ਜ਼ਿਆਦਾ ਐਲਰਜੀਜ਼, ਜ਼ਿਆਦਾ ਅਟੈਂਸ਼ਨ ਡੈਫਿਸਿਟ ਡਿਸਆਰਡਰਸ, ਜ਼ਿਆਦਾ ਔਟਿਜ਼ਮ ਤੇ ਜ਼ਿਆਦਾ ਡਾਇਬੀਟੀਜ਼ ਟਾਈਪ 1 ਪਾਇਆ ਗਿਆ। ਇਸ ਬੁੱਕ ਦੇ ਵਿੱਚ ਦ ਵੈਕਸੀਨ ਕ੍ਰਾਈਮ ਰਿਪੋਰਟ ਵਿੱਚ ਪੇਜ ਨੰਬਰ 73 ਦੇ ਉੱਤੇ ਮੈਂ ਉਹ ਸਾਰਾ ਰਿਸਰਚ ਐਵੀਡੈਂਸ ਜਿਹੜਾ ਹੈਗਾ ਸਾਇੰਟਿਸਟ ਨੇ ਦੁਨੀਆ ਵਿੱਚ ਜੋ ਕੀਤਾ, ਜਿਹਦੇ ਵਿੱਚ ਇਹ ਪ੍ਰੂਫ ਹੁੰਦਾ ਹੈ ਕਿ ਵੈਕਸੀਨਸ ਲੈਣ ਦੇ ਨਾਲ ਟਾਈਪ 1 ਡਾਇਬੀਟੀਜ਼ ਹੋ ਸਕਦੀ ਹੈ, ਉਹ ਇਸ ਦੇ ਵਿੱਚ ਕੰਪਾਈਲ ਕਰਕੇ ਮੈਂ ਪਾਇਆ ਹੈ। ਸੋ ਜਿਹੜੇ ਵੀ ਮਾਪੇ ਆਪਣੇ ਬੱਚਿਆਂ ਨੂੰ ਡਾਇਬੀਟੀਜ਼ ਟਾਈਪ 1 ਜਾਂ ਇਸ ਤਰ੍ਹਾਂ ਦੀ ਬਿਮਾਰੀਆਂ ਤੋਂ ਬਚਾਉਣਾ ਚਾਹੁੰਦੇ ਨੇ, ਯੂ ਹੈਵ ਟੂ ਥਿੰਕ ਅਬਾਊਟ ਦਿਸ ਕਿ ਤੁਸੀਂ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਦੇ
ਟੀਕੇ ਲਾਣਾ ਚਾਹੁੰਦੇ ਹੋ ਜਾਂ ਨਹੀਂ ਲੈਣਾ ਚਾਹੁੰਦੇ? ਪਰ ਡਾਕਟਰ ਸਾਹਿਬ ਇਹ ਤਾਂ ਫਿਰ ਤੁਸੀਂ ਬਹੁਤ ਵੱਡਾ ਸਵਾਲ ਖੜਾ ਕਰ ਰਹੇ ਹੋ ਨਾ, ਕਿਉਂਕਿ ਇਹ ਤਾਂ ਸਰਕਾਰ ਰਿਕਮੈਂਡ ਕਰਦੀ ਹੈ। ਇੱਕ ਜਿਵੇਂ ਮੈਂ ਪਿੰਡ ਦੇ ਵਿੱਚ ਰਹਿਣ ਵਾਲੀ ਹਾਂ, ਤਾਂ ਆਮ ਤੌਰ ਤੇ ਜੋ ਪਿੰਡ ਜਾਈਦਾ ਤਾਂ ਅਨਾਉਂਸਮੈਂਟ ਹੁੰਦੀ ਹੈ ਕਿ ਕੱਲ ਨੂੰ ਪਲਸ ਪੋਲੀਓ ਦੇ ਜਿਹੜੇ ਵੈਕਸੀਨ ਹੈ ਉਹ ਲੱਗਣੀ ਹੈ ਬੱਚਿਆਂ ਨੂੰ। ਬਹੁਤ ਤਰ੍ਹਾਂ ਦੀਆਂ ਵੈਕਸੀਨ ਹੁੰਦੀਆਂ ਨੇ, 5 ਮਹੀਨਿਆਂ ਤੋਂ ਬਾਅਦ ਲੱਗਣੀਆਂ, ਫਿਰ 18 ਮਹੀਨਿਆਂ ਤੋਂ ਬਾਅਦ, ਇਸ ਤਰੀਕੇ ਦੇ ਨਾਲ ਵੈਕਸੀਨਸ ਲੱਗਦੀਆਂ ਨੇ। ਤਾਂ ਇਹਦਾ ਮਤਲਬ ਹੈ ਕਿ ਤੁਸੀਂ ਵੈਕਸੀਨ ਲਾਉਣ ਤੋਂ ਰੋਕਣ ਲਈ ਕਹਿ ਰਹੇ ਹੋ? ਨਹੀਂ, ਮੈਂ ਇੱਥੇ ਸਰਕਾਰ ਨੂੰ ਇਹ ਨਹੀਂ ਕਹਿ ਰਿਹਾ ਕਿ ਵੈਕਸੀਨ ਨਹੀਂ ਲਾਣੀ ਬੱਚਿਆਂ ਨੂੰ, ਜਾਂ ਮਾਪਿਆਂ ਨੂੰ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਵੈਕਸੀਨ ਨਹੀਂ ਲਾਣੀ। ਮੈਂ ਇਹ ਕਹਿ ਰਿਹਾ ਕਿ ਜੀ। ਕੋਈ ਵੀ ਚੀਜ਼ ਹੁੰਦੀ ਹੈ ਉਹਦੇ ਕੁਝ ਬੈਨੀਫਿਟਸ ਹੁੰਦੇ ਨੇ, ਕੁਝ ਨੁਕਸਾਨ ਹੁੰਦੇ ਨੇ, ਤੇ ਤੁਸੀਂ ਕੋਈ ਵੀ ਚੀਜ਼ ਲੈਂਦੇ ਹੋ, ਫੋਰ ਐਗਜ਼ਾਮਪਲ ਕੋਈ ਗੱਡੀ ਹੀ ਖਰੀਦਦੇ ਹੋ ਤੇ ਤੁਸੀਂ ਦੇਖਦੇ ਹੋ ਗੱਡੀ ਦਾ ਕਾਸਟ ਕਿੰਨੀ ਹੈਗੀ, ਗੱਡੀ ਦਾ ਮਾਈਲੇਜ ਕਿੰਨੀ ਹੈ, ਕਿੰਨੀ ਐਵਰੇਜ ਦਊਗੀ, ਕਿੰਨਾ ਉਹਦਾ ਰੀਸੇਲ ਵੈਲਿਊ ਹੈਗੀ, ਸਾਰੇ ਬੈਨੀਫਿਟ ਤੇ ਨੁਕਸਾਨ ਤੁਸੀਂ ਉਹਦੀ ਲੁੱਕ, ਡਿਜ਼ਾਈਨ ਸਾਰਾ ਕੁਝ ਦੇਖ ਕੇ ਲੈਂਦੇ ਹੋ। ਇਸੇ ਤਰ੍ਹਾਂ ਸਾਡੀ ਕੋਈ ਮੈਡੀਸਿਨਸ ਅਗਰ ਆਪਾਂ ਦੇਖੀਏ ਤੇ ਕੁਝ ਹਰ ਮੈਡੀਸਿਨ ਦਾ ਕੋਈ ਫਾਇਦਾ ਹੈ, ਕੋਈ ਨੁਕਸਾਨ ਹੈ, ਕੋਈ ਸਾਈਡ ਇਫੈਕਟਸ ਨੇ, ਕੋਈ ਬੈਨੀਫਿਟਸ ਨੇ। ਤੁਸੀਂ ਕੀ ਦੇਖਣਾ ਹੈ ਕਿ ਇਸ ਮੈਡੀਸਿਨ ਦੇ ਜਾਂ ਵੈਕਸੀਨ ਦੇ ਬੈਨੀਫਿਟ ਜ਼ਿਆਦਾ ਨੇ ਜਾਂ ਨੁਕਸਾਨ ਜ਼ਿਆਦਾ ਨੇ। ਤੇ ਜੇ ਅਗਰ ਨੁਕਸਾਨ ਜ਼ਿਆਦਾ ਨੇ ਤੇ ਤੁਹਾਨੂੰ ਸੋਚਣਾ ਪਏਗਾ ਕਿ ਇਹ ਲੈਣੀ ਹੈ ਕਿ ਨਹੀਂ ਲੈਣੀ ਹੈ। ਜਿਵੇਂ ਤੁਸੀਂ ਪੋਲੀਓ ਦੀ ਗੱਲ ਕੀਤੀ, ਹੁਣ ਪੋਲੀਓ ਦੀ ਵੈਕਸੀਨ ਤਾਂ ਦਿੱਤੀ ਜਾਂਦੀ ਹੈ ਦੁਨੀਆ ਭਰ ਵਿੱਚ, ਲੇਕਿਨ ਜਿਹੜੇ ਲੇਟੈਸਟ ਸਾਇੰਟਿਸਟ ਐਂਡ ਡਾਕਟਰ ਤੇ ਰਿਸਰਚ ਸਾਹਮਣੇ ਆ ਰਹੇ ਨੇ, ਉਹਨਾਂ ਦੇ ਅਕੋਰਡਿੰਗ ਜਿਹੜੀ ਪੋਲੀਓ ਦੀ ਵੈਕਸੀਨ ਹੈ ਉਹ ਵੀ ਪੈਰਾਲਿਸਿਸ ਕਾਜ਼ ਕਰ ਸਕਦੀ ਹੈ। ਤੇ ਦੁਨੀਆ ਦੇ ਕਈ ਹਿੱਸਿਆਂ ਵਿੱਚ ਉਸ ਵੈਕਸੀਨ ਲਾਉਣ ਕਰਕੇ ਲੋਕਾਂ ਨੂੰ ਪੈਰਾਲਾਈਸਿਸ ਹੋ ਗਿਆ, ਜਿਹਨੂੰ ਐਕਿਊਟ ਫਲੈਸਿਡ ਪੈਰਾਲਿਸਿਸ ਕਿਹਾ ਜਾਂਦਾ ਹੈ। ਉਸ ਦਾ ਵੀ ਰਿਸਰਚ ਮੈਂ ਇਸ ਬੁੱਕ ਦੇ ਵਿੱਚ ਦਿੱਤਾ ਹੈ, ਉਹ ਸਾਰੇ ਪੜ੍ਹ ਸਕਦੇ ਆ। ਪੋਲੀਓ ਦੇ ਉੱਤੇ ਪੂਰਾ ਚੈਪਟਰ ਦਿੱਤਾ ਹੋਇਆ ਹੈ। ਸੋ ਕਹਿਣ ਦਾ ਮਤਲਬ ਇਹ ਹੈ ਕਿ ਇਸ ਚੀਜ਼ ਬਾਰੇ ਰਿਸਰਚ ਜਿਹੜਾ ਹੈਗਾ ਲੇਟੈਸਟ ਜਿਹੜਾ ਸਾਹਮਣੇ ਆ ਰਿਹਾ ਹੈ ਉਹ ਹੋਰ ਚੀਜ਼ ਕਹਿ ਰਹੀ ਹੈ, ਤੇ ਸਰਕਾਰ ਜਿਵੇਂ ਬੱਚਿਆਂ ਨੂੰ ਵੈਕਸੀਨ ਲਾਉਣ ਨੂੰ ਕਹਿ ਰਹੀ ਹੈ ਉਹ ਹੋਰ ਚੀਜ਼ ਕਹਿ ਰਹੀ ਹੈ। ਸੋ ਇੱਥੇ ਮਾਂ ਪਿਓ ਦਾ ਫਰਜ਼ ਬਣਦਾ ਹੈ ਕਿ ਆਪਣੇ ਬੱਚਿਆਂ ਦੀ ਸਿਹਤ ਵਾਸਤੇ ਆਪਣਾ ਖੁਦ ਦਾ ਰਿਸਰਚ ਕਰਨ, ਕਿਉਂਕਿ ਕੱਲ ਨੂੰ ਕੁਝ ਬੱਚਿਆਂ ਨੂੰ ਹੁੰਦਾ ਹੈਗਾ ਤੇ ਉਹ ਜ਼ਿੰਮੇਵਾਰੀ ਸਰਕਾਰ ਵੀ ਨਹੀਂ ਲਏਗੀ, ਕੋਈ ਵੀ ਨਹੀਂ ਲੈ ਸਕਦਾ। ਸੋ ਆਪਣੇ ਬੱਚਿਆਂ ਦੀ ਸਿਹਤ ਦਾ ਆਪਣੇ ਹੀ ਹੱਥ ਵਿੱਚ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ। ਜੀ ਬਿਲਕੁਲ ਬਿਲਕੁਲ। ਸੋ ਇਸ ਮਸਲੇ ਤੇ, ਕਿਉਂਕਿ ਬਹੁਤ ਹੀ ਵੱਡਾ ਇਹ ਆਪਾਂ ਇਸ਼ੂ ਕਹਿ ਸਕਦੇ ਹਾਂ, ਇਸ ਤੇ ਅਸੀਂ ਕਿਸੇ ਦਿਨ ਫੇਰ ਚਰਚਾ ਕਰਾਂਗੇ। ਪਰ ਅਸੀਂ ਕਿਸੇ ਨੂੰ ਇਹ ਨਹੀਂ ਕਹਿ ਰਹੇ ਕਿ ਕਿਸੇ ਨੇ ਵੈਕਸੀਨ ਨਹੀਂ ਲਵਾਉਣੀ ਆਪਣੇ ਬੱਚਿਆਂ ਨੂੰ। ਸੋ ਇਹ ਇੱਕ ਦੂਸਰਾ ਪੱਖ ਹੈ, ਕਿਉਂਕਿ ਪਲਸ ਪੋਲੀਓ ਮੁਹਿੰਮ ਹੈ ਜਿਹੜੀ ਉਹ ਕਈ ਸਾਲਾਂ ਤੋਂ ਚੱਲ ਰਹੀ ਹੈ। ਉਹਦਾ ਸਰਕਾਰ ਦਾ ਜਿਹੜਾ ਮਕਸਦ ਹੈ, ਸਰਕਾਰ ਦਾ ਇੱਕ ਉਦੇਸ਼ ਹੈ ਕਿ ਪੂਰੇ ਭਾਰਤ ਦੇ ਵਿੱਚੋਂ ਜਿਹੜਾ ਪੋਲੀਓ ਦੀ ਬਿਮਾਰੀ ਨੂੰ ਖਤਮ ਕਰਨਾ ਹੈ, ਤੇ ਕਿਤੇ ਨਾ ਕਿਤੇ ਉਹ ਅਸਰਦਾਰ ਵੀ ਰਹੀ ਹੈ। ਖੈਰ, ਇਸ ਮਸਲੇ ਤੇ ਆਪਾਂ ਕਿਸੇ ਦਿਨ ਹੋਰ ਗੱਲ ਕਰ ਸਕਦੇ ਹਾਂ। ਸੋ ਆਪਾਂ ਤੁਸੀਂ ਐਨੀਮਲ ਪ੍ਰੋਡਕਟਸ ਦੀ ਗੱਲ ਕੀਤੀ ਸੀ, ਤੇ ਜੇ ਆਪਾਂ ਹੁਣ ਮਿਲਕ ਪ੍ਰੋਡਕਟਸ ਦੀ ਗੱਲ ਕਰ ਲਈਏ ਡਾਕਟਰ ਸਾਹਿਬ, ਐਨੀਮਲ ਪ੍ਰੋਡਕਟਸ ਤੁਸੀਂ ਦੱਸਿਆ ਕਿ ਉਹ ਵੈਕਸੀਨਸ ਦੇ ਵਿੱਚ ਪਾਏ ਜਾਂਦੇ ਨੇ ਕਿਤੇ ਨਾ ਕਿਤੇ, ਕਿਸੇ ਨਾ ਕਿਸੇ ਤਰੀਕੇ ਦੇ ਵਿੱਚ। ਮਿਲਕ ਜਿਹੜੇ ਪ੍ਰੋਡਕਟਸ ਹੈਗੇ ਨੇ ਉਹ ਬੱਚਿਆਂ ਦੇ ਲਈ ਕਿੰਨੇ ਕੁ ਅਸਰਦਾਰ ਨੇ ਜਾਂ ਫਿਰ ਕਿੰਨੇ ਕੁ ਖਤਰਨਾਕ ਨੇ, ਜਿਨ੍ਹਾਂ ਨੂੰ ਡਾਇਬਟੀਜ਼ ਹੈ, ਜਿਨ੍ਹਾਂ ਨੂੰ ਸ਼ੂਗਰ ਦੀ ਬਿਮਾਰੀ ਹੈ, ਖਾਸ ਕਰਕੇ ਉਹਨਾਂ ਦੇ ਲਈ? ਕਿਉਂਕਿ ਬੱਚਾ ਤਾਂ ਜੋ ਛੋਟਾ ਹੁੰਦਾ ਹੈ ਉਹ ਦੁੱਧ ਦੇ ਸਹਾਰੇ ਹੀ ਜਿਉਂਦਾ ਹੈ, ਮਾਂ ਦਾ ਦੁੱਧ ਹੈ ਉਹਨੂੰ ਮਿਲਦਾ ਹੈ ਸ਼ੁਰੂਆਤ ਦੇ ਵਿੱਚ, ਫਿਰ ਉਸ ਤੋਂ ਬਾਅਦ 3-4 ਸਾਲ ਤੱਕ ਬੱਚਾ ਦੁੱਧ ਦੇ ਸਹਾਰੇ ਹੀ ਪਲਦਾ ਹੁੰਦਾ ਹੈ। ਜੀ ਬਿਲਕੁਲ, ਜੀ ਬਿਲਕੁਲ। ਤੇ ਇਹ ਬੜਾ ਇੰਪੋਰਟੈਂਟ ਕੁਐਸਚਨ ਵੀ ਹੈ। ਇਸ ਇੰਟਰਵਿਊ ਵਿੱਚ ਸਾਨੂੰ ਬਹੁਤ ਸਾਰੀ ਚੀਜ਼ਾਂ ਜਾਣਨ ਨੂੰ ਮਿਲਣਗੀਆਂ। ਇਹਦੇ ਵਿੱਚ ਮੈਂ ਕੁਝ ਸਾਇੰਟਿਫਿਕ ਸਟੱਡੀਜ਼ ਐਂਡ ਐਵੀਡੈਂਸਸ ਤੁਹਾਡੇ ਸਾਰੇ ਦਰਸ਼ਕਾਂ ਸਾਹਮਣੇ ਰੱਖਾਂਗਾ। ਫਸਟ ਆਫ ਆਲ, ਜਿਹੜਾ ਸਭ ਤੋਂ ਵੱਡਾ ਨਿਊਟ੍ਰੀਸ਼ਨ ਦੇ ਉੱਤੇ ਸਟੱਡੀ ਹੋਇਆ ਸੀਗਾ, ਦੈਟ ਵਾਸ ਦਾ ਚਾਈਨਾ ਸਟੱਡੀ। ਲੱਖਾਂ ਲੋਕਾਂ ਦੇ ਉੱਤੇ ਬਹੁਤ ਸਾਰੇ ਦੇਸ਼ਾਂ ਵਿੱਚ ਸਟੱਡੀ ਕੀਤੀ ਗਈ ਸੀ। ਅਮਰੀਕਾ ਦੇ ਰਿਸਰਚਰ ਡਾਕਟਰ ਟਿਮ ਕੋਲਿਨ ਕੈਂਪਬੈਲ ਨੇ ਤੇ ਹੋਰ ਉਹਨਾਂ ਦੇ ਸਾਥੀਆਂ ਨੇ ਮਿਲ ਕੇ ਰਿਸਰਚ ਕੀਤਾ ਸੀਗਾ। ਉਹਦੇ ਵਿੱਚ ਉਹਨਾਂ ਨੇ ਇੱਕ ਬਹੁਤ ਹੀ ਸ਼ੌਕਿੰਗ ਫਾਈਂਡਿੰਗ ਦਿਖਾਈ ਹੈ ਕਿ ਜਿਹੜੀ ਮਾਵਾਂ ਛੋਟੇ ਬੱਚਿਆਂ ਨੂੰ, ਆਪਣੇ ਬੱਚਿਆਂ ਨੂੰ ਸਤਨਪਾਨ ਕਰਨ ਦੀ ਜਗ੍ਹਾ ਛੋਟੀ ਉਮਰ ਤੋਂ ਹੀ ਇਨਫੈਂਟ ਫਾਰਮੂਲਾ ਮਿਲਕ ਦੇਣਾ ਸ਼ੁਰੂ ਕਰ ਦਿੰਦੀਆਂ ਨੇ, ਪਾਊਡਰਡ ਮਿਲਕ ਦੇਣਾ ਸ਼ੁਰੂ ਕਰ ਦਿੰਦੀਆਂ ਨੇ, ਜਾਂ ਮਾਰਕੀਟ ਦਾ ਜਿਹੜਾ ਪੈਸਚਰਾਈਜ਼ਡ, ਹੋਮੋਜਨਾਈਜ਼ਡ ਜਿਹੜਾ ਮਿਲਕ ਆਂਦਾ ਹੈ ਉਹ ਦੇਣਾ ਸ਼ੁਰੂ ਕਰ ਦਿੰਦੀਆਂ ਨੇ ਛੋਟੀ ਉਮਰ ਵਿੱਚ ਹੀ। ਤੇ ਉਹਨਾਂ ਕੁਝ ਬੱਚਿਆਂ ਨੂੰ ਟਾਈਪ 1 ਡਾਇਬੀਟੀਜ਼ ਹੋਣ ਦੇ ਚਾਂਸਸ ਹੁੰਦੇ ਨੇ। ਉਹਨਾਂ ਨੇ ਉਸ ਰਿਸਰਚ ਵਿੱਚ ਐਕਸਪਲੇਨ ਕੀਤਾ ਹੈ ਕਿ ਇਹ ਹੁੰਦਾ ਕਿਵੇਂ ਹੈ। ਜਿਹੜਾ ਮਿਲਕ ਪ੍ਰੋਟੀਨ ਹੁੰਦਾ ਹੈਗਾ, ਜੇ ਉਹ ਬਾਡੀ ਵਿੱਚ ਜਾਂਦਾ ਹੈ ਤੇ ਕੁਝ ਜੈਨੇਟਿਕਲੀ ਜਿਹੜੇ ਬੱਚੇ ਸਸੈਪਟੇਬਲ ਹੁੰਦੇ ਨੇ, ਉਹਨਾਂ ਦੀ ਬਾਡੀਜ਼ ਪ੍ਰੋਪਰਲੀ ਉਸ ਮਿਲਕ ਪ੍ਰੋਟੀਨ ਨੂੰ ਡਾਈਜੈਸਟ ਨਹੀਂ ਕਰ ਪਾਉਂਦੀ। ਪ੍ਰੋਪਰਲੀ ਡਾਈਜੈਸਟ ਨਾ ਹੋਣ ਕਰਕੇ ਉਹ ਪ੍ਰੋਟੀਨ ਖੂਨ ਵਿੱਚ ਚਲੇ ਜਾਂਦਾ ਹੈ। ਤੇ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਬਾਡੀ ਦੀ ਇਮਿਊਨਿਟੀ ਜਿਹੜੀ ਹੈ ਉਹ ਉਸ ਮਿਲਕ ਪ੍ਰੋਟੀਨ ਵਿੱਚ, ਤੇ ਸਾਡੇ ਜਿਹੜਾ ਬਾਡੀ ਦਾ ਪੈਨਕ੍ਰੀਏਟਿਕ ਬੀਟਾ ਸੈਲਸ ਹੈਗਾ ਉਹਦੇ ਵਿੱਚ ਪ੍ਰੋਪਰਲੀ ਡਿਫਰੈਂਸ ਨਹੀਂ ਸਮਝ ਪਾਉਂਦਾ, ਤੇ ਆਪਣੇ ਹੀ ਪੈਨਕ੍ਰੀਏਟਿਕ ਬੀਟਾ ਸੈਲਸ ਨੂੰ ਅਟੈਕ ਕਰਨਾ ਸ਼ੁਰੂ ਕਰ ਦਿੰਦਾ ਹੈ, ਜਿਸ ਕਰਕੇ ਸਾਨੂੰ ਡਾਇਬੀਟੀਜ਼ ਟਾਈਪ 1 ਦੀ ਬਿਮਾਰੀ ਲੱਗ ਸਕਦੀ ਹੈ। ਸੋ ਉਸ ਸਟੱਡੀ ਦੇ ਮੁਤਾਬਿਕ ਟਾਈਪ 1 ਡਾਇਬੀਟੀਜ਼ ਦੇ ਬੱਚਿਆਂ ਨੂੰ
ਜਿਹੜਾ ਅੱਜ ਕੱਲ੍ਹ ਦਾ ਦੁੱਧ ਮਾਰਕੀਟ ਵਿੱਚ ਮਿਲ ਰਿਹਾ ਹੈ ਉਸ ਤੋਂ ਬਿਲਕੁਲ ਹੀ ਬਚ ਕੇ ਰਹਿਣਾ ਚਾਹੀਦਾ ਹੈ ਔਰ ਉਹ ਦੁੱਧ ਨਹੀਂ ਲੈਣਾ ਚਾਹੀਦਾ। ਪਰ ਇੱਥੇ ਇੱਕ ਗੱਲ ਮੈਨੂੰ ਇਹ ਸੋਚਣ ਵਿੱਚ ਆਈ ਉਹ ਸਟੱਡੀ ਪੜ੍ਹਨ ਤੋਂ ਬਾਅਦ ਕਿ ਸਾਡੇ ਪੂਰਵਜ ਵੀ ਦੁੱਧ ਦਾ ਇਸਤੇਮਾਲ ਕਰਦੇ ਸੀਗੇ। ਈਵਨ ਸਾਡੇ ਜਿਹੜਾ ਗੁਰੂ ਘਰ ਵਿੱਚ ਪ੍ਰਸ਼ਾਦ ਬਣਦਾ ਹੈ ਉਹ ਵੀ ਘਿਓ ਨਾਲ ਬਣਦਾ ਹੈ, ਜਿਹੜਾ ਦੁੱਧ ਨਾਲ ਬਣਦਾ ਹੈ। ਸੋ ਇਹਦਾ ਮਤਲਬ ਕਿ ਪ੍ਰੋਬਲਮ ਹੋ ਸਕਦਾ ਹੈ ਦੁੱਧ ਵਿੱਚ ਨਾ ਹੋਵੇ, ਪਰ ਅੱਜ ਕੱਲ੍ਹ ਜਿਹੜੀ ਦੁੱਧ ਦੀ ਪ੍ਰੋਸੈਸਿੰਗ ਹੋ ਰਹੀ ਹੈ, ਦੁੱਧ ਬਣ ਰਿਹਾ ਹੈ, ਉਸ ਵਿੱਚ ਹੋ ਸਕਦੀ ਹੈ। ਫਿਰ ਮੈਂ ਇਹਦੇ ਵਿੱਚ ਹੋਰ ਰਿਸਰਚ ਕਰਨਾ ਸ਼ੁਰੂ ਕੀਤਾ ਤੇ ਮੈਨੂੰ ਸਮਝ ਆਇਆ ਅੱਜ ਤੋਂ 300-400 ਸਾਲ ਪਹਿਲਾਂ ਜਿਹੜਾ ਦੁੱਧ ਹੁੰਦਾ ਸੀਗਾ ਉਹ ਪੈਸਚਰਾਈਜ਼ ਨਹੀਂ ਕੀਤਾ ਜਾਂਦਾ ਸੀ, ਉਹ ਹੋਮੋਜਨਾਈਜ਼ ਨਹੀਂ ਕੀਤਾ ਜਾਂਦਾ ਸੀ। ਗਾਵਾਂ ਨੂੰ ਦੁਨੀਆ ਭਰ ਦੇ ਟੀਕੇ ਸਟੀਰੋਇਡਸ ਨਹੀਂ ਲਾਏ ਜਾਂਦੇ ਨਹੀਂ ਸੀ, ਗਾਵਾਂ ਦੀ ਦੇਖਭਾਲ ਕੀਤੀ ਜਾਂਦੀ ਸੀ। ਇਸ ਤੋਂ ਇਲਾਵਾ ਗਾਂ ਜਿਹੜੀ ਸੀ ਉਹ ਦੇਸ਼ੀ ਹੁੰਦੀ ਸੀ, ਹਾਈਬ੍ਰਿਡ ਨਹੀਂ ਹੁੰਦੀ ਸੀਗੀ। ਸੋ ਇਸ ਕਰਕੇ ਜੀ ਅੱਜ ਜੀ ਕੱਲ੍ਹ ਜਿਹੜੇ ਪ੍ਰੋਸੈਸਸ ਨੇ ਜਿਨ੍ਹਾਂ ਵਿੱਚ ਦੁੱਧ ਨੂੰ ਪੈਕੇਟ ਵਿੱਚ ਦਿੱਤਾ ਜਾਂਦਾ ਹੈ, ਇਸ ਕਰਕੇ ਇਹ ਬਿਮਾਰੀਆਂ ਜਿਹੜੀ ਅੱਜ ਕੱਲ੍ਹ ਵੱਧ ਰਹੀਆਂ ਨੇ ਤੇ ਕਾਫੀ ਸਾਰੇ ਡਾਕਟਰਸ ਐਂਡ ਸਾਇੰਟਿਸਟ ਕਹਿ ਰਹੇ ਨੇ ਕਿ ਦੁੱਧ ਪੀਣਾ ਛੱਡ ਦੇਵੋ, ਕਿਉਂਕਿ ਅੱਜ ਕੱਲ੍ਹ ਜਿਹੜਾ ਮਾਰਕੀਟ ਦੇ ਪੈਕੇਟ ਵਾਲਾ ਦੁੱਧ ਹੈਗਾ, ਪਾਊਡਰ ਵਾਲਾ ਦੁੱਧ ਹੈਗਾ, ਉਹ ਕਾਫੀ ਸਾਰੀ ਬਿਮਾਰੀਆਂ ਲੋਕਾਂ ਨੂੰ ਕਰ ਰਿਹਾ ਹੈ। ਸੋ ਐਟ ਦਾ ਮੂਮੈਂਟ ਮੈਂ ਸਾਰੇ ਦਰਸ਼ਕਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਅਗਰ ਤੁਹਾਡੇ ਕੋਲ ਕੋਈ ਗਊਸ਼ਾਲਾ ਹੈ ਜਿੱਥੋਂ ਪਿਓਰ ਦੁੱਧ ਮਿਲਦਾ ਹੈਗਾ, ਜਿਹਦੇ ਵਿੱਚ ਕੈਮੀਕਲਸ ਨਹੀਂ ਪਾਏ ਜਾਂਦੇ, ਗਾਵਾਂ ਨੂੰ ਟੀਕੇ ਨਹੀਂ ਲਾਏ ਜਾਂਦੇ ਨੇ ਤੇ ਉਹ ਪਿਓਰ ਮਿਲਕ ਹੈ, ਤਾਂ ਤੁਸੀਂ ਲੈ ਸਕਦੇ ਹੋ। ਬਟ ਪੈਕੇਟ ਵਾਲੇ ਦੁੱਧ ਤੋਂ ਤੌਬਾ ਹੀ ਕਰਨੀ ਚੰਗਾ ਹੈ। ਜੀ ਜੀ ਬਿਲਕੁਲ। ਸੋ ਅੱਜ ਕੱਲ ਤਾਂ ਦੇਖਦੇ ਹਾਂ ਕਿ ਬੱਚਿਆਂ ਨੂੰ ਜ਼ਿਆਦਾਤਰ ਜਿਹੜਾ ਪੈਕੇਟ ਵਾਲਾ ਦੁੱਧ ਹੈ ਉਹਦੇ ਸਹਾਰੇ ਪਾਲਿਆ ਜਾਂਦਾ ਹੈ ਤੇ ਮਾਵਾਂ ਨੇ ਜਿਹੜੀਆਂ ਉਹ ਆਪਣਾ ਦੁੱਧ ਬੱਚੇ ਨੂੰ ਦੇਣਾ ਬਹੁਤ ਜਲਦੀ ਬੰਦ ਕਰ ਦਿੰਦੀਆਂ ਨੇ, ਜਿਹੜਾ ਬਹੁਤ ਹੀ ਖਤਰਨਾਕ ਹੈ। ਆਪਾਂ ਸੁਣਿਆ ਹੁਣੇ ਡਾਕਟਰ ਸਾਹਿਬ ਤੋਂ। ਸੋ ਡਾਕਟਰ ਸਾਹਿਬ ਹੁਣ ਆਪਾਂ ਜਾਣ ਲਈਏ ਕਿ ਕੀ ਇਹ ਜਿਹੜੀ ਬਿਮਾਰੀ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਬੱਚੇ ਨੂੰ ਇਸ ਬਿਮਾਰੀ ਤੋਂ ਬਚਾਇਆ ਜਾ ਸਕਦਾ ਹੈ? ਇਹ ਜ਼ਿਆਦਾਤਰ ਜਾਨਲੇਵਾ ਤਾਂ ਨਹੀਂ ਹੈ, ਬੱਚੇ ਨੂੰ ਇਸ ਬਿਮਾਰੀ ਚੋਂ ਬਚਾਇਆ ਜਾ ਸਕਦਾ ਹੈ, ਬਾਹਰ ਕੱਢਿਆ ਜਾ ਸਕਦਾ ਹੈ, ਤੇ ਕਿਵੇਂ ਕੱਢਿਆ ਜਾ ਸਕਦਾ ਹੈ? ਕੀ ਡਾਈਟ ਦੇਣੀ ਚਾਹੀਦੀ? ਹਾਂ, ਇੱਕ ਤਾਂ ਗੱਲ ਹੋ ਗਈ ਪ੍ਰੀਵੈਂਸ਼ਨ ਕਿ ਬਚਾਅ ਕਿੱਦਾਂ ਕੀਤਾ ਜਾਵੇ। ਸੋ ਮੈਂ ਤਾਂ ਇਹ ਚੀਜ਼ ਕਹਿੰਦਾ ਹੈ ਕਿ ਬੱਚਿਆਂ ਨੂੰ ਤੁਸੀਂ ਜਦ ਬੱਚੇ ਬੋਰਨ ਹੁੰਦੇ ਹੈ ਤੇ ਉਹਨਾਂ ਨੂੰ ਮਾਂ ਦਾ ਦੁੱਧ ਹੀ ਪਿਲਾਉਣਾ ਚਾਹੀਦਾ ਹੈ ਔਰ ਉਹਨਾਂ ਨੂੰ ਇਨਫੈਂਟ ਫਾਰਮੂਲਾ ਮਿਲਕ ਜਾਂ ਪੈਕੇਟ ਵਾਲੇ ਦੁੱਧ ਤੇ ਨਹੀਂ ਪਾਉਣਾ ਚਾਹੀਦਾ। ਸੈਕੰਡਲੀ, ਜਿਹੜੀ ਵੈਕਸੀਨਸ ਵਿੱਚ ਇੰਗਰੀਡੀਐਂਟਸ ਠੀਕ ਨਾ ਲੱਗਣ ਤੁਹਾਨੂੰ, ਉਹਨਾਂ ਤੋਂ ਵੀ ਬਚਾਅ ਕਰਨਾ ਚਾਹੀਦਾ ਹੈ। ਉਹ ਤੁਸੀਂ ਆਪਣੇ ਡਾਕਟਰ ਦੀ ਸਲਾਹ ਵਿੱਚ ਕਰ ਸਕਦੇ ਹੋ। ਸੋ ਹੁਣ ਆਪਾਂ ਗੱਲ ਕਰੀਏ ਕਿ ਜੇ ਮੰਨ ਲਓ ਟਾਈਪ 1 ਡਾਇਬੀਟੀਜ਼ ਬੱਚਿਆਂ ਨੂੰ ਹੋ ਹੀ ਗਈ ਤੇ ਇਸ ਤੋਂ ਅੱਗੇ ਦਾ ਕੀ ਰਸਤਾ ਹੈ, ਇਸ ਤੋਂ ਅੱਗੇ ਕੀ ਕਰਨਾ ਪਏਗਾ। ਅਸੀਂ ਇਹ ਚੀਜ਼ ਦੇਖੀ ਹੈ ਕਿ ਇਸ ਕੰਡੀਸ਼ਨ ਵਿੱਚ ਜਿਹੜਾ ਡੈਮੇਜ ਹੁੰਦਾ ਹੈ ਪੈਨਕ੍ਰੀਆਟਿਕ ਬੀਟਾ ਸੈਲਸ ਨੂੰ, ਇਹ ਹਰ ਬੱਚੇ ਦੇ ਕੇਸ ਵਿੱਚ ਡਿਫਰੈਂਟ ਲੈਵਲ ਦਾ ਹੋ ਸਕਦਾ ਹੈ। ਸੋ ਦੋ ਤਰ੍ਹਾਂ ਦੇ ਡੈਮੇਜ ਹੁੰਦੇ ਆ, ਇੱਕ ਹੁੰਦਾ ਰਿਵਰਸੀਬਲ ਡੈਮੇਜ, ਇੱਕ ਹੁੰਦਾ ਇਰਰਿਵਰਸੀਬਲ ਡੈਮੇਜ। ਇਰਰਿਵਰਸੀਬਲ ਡੈਮੇਜ ਹੋ ਗਿਆ ਜਿਹੜਾ ਪੂਰੀ ਤਰ੍ਹਾਂ ਨਹੀਂ ਰੀਸਟੋਰ ਕੀਤਾ ਜਾ ਸਕਦਾ, ਪਰ ਕੁਝ ਡੈਮੇਜ ਹੁੰਦਾ ਹੈ, ਕੁਝ ਬੀਟਾ ਸੈਲਸ ਹੁੰਦੇ ਨੇ ਜਿਹੜੇ ਰੀਜਨਰੇਟ ਕੀਤੇ ਜਾ ਸਕਦੇ ਨੇ। ਤੇ ਹੁਣ ਆਟੋ ਇਮਿਊਨ ਜਿਹੜਾ ਰਿਐਕਸ਼ਨ ਹੈ, ਇਹਨੂੰ ਸਵਿਚ ਆਫ ਕਰਨ ਵਾਸਤੇ ਕਿਹੜੀਆਂ ਚੀਜ਼ਾਂ ਸਾਨੂੰ ਡਾਈਟ ਵਿੱਚੋਂ ਕੱਢਣੀਆਂ ਪੈਣਗੀਆਂ। ਜਿਵੇਂ ਆਪਾਂ ਗੱਲ ਕੀਤੀ ਸੀ ਡੇਅਰੀ ਪ੍ਰੋਡਕਟਸ, ਕੋਈ ਵੀ ਦੁੱਧ ਤੋਂ ਬਣੀ ਚੀਜ਼, ਐਨੀਮਲ ਦਾ ਪ੍ਰੋਡਕਟ ਜਿਹੜਾ ਹੈਗਾ, ਐਨੀਮਲ ਫੂਡ ਕੱਢਣਾ ਪਏਗਾ। ਉਸ ਤੋਂ ਇਲਾਵਾ ਕੋਈ ਵੀ ਰਿਫਾਈਨਡ ਚੀਜ਼ ਜਿਹੜੀ ਪ੍ਰੋਸੈਸ ਹੋ ਕੇ ਡੱਬਿਆਂ ਵਿੱਚ, ਟਿਨਾਂ ਵਿੱਚ, ਕੈਨਾਂ ਵਿੱਚ ਆ ਰਹੀਆਂ ਨੇ, ਚਿਪਸ, ਸੌਸ, ਨੂਡਲਸ, ਕੋਈ ਵੀ ਇਸ ਤਰ੍ਹਾਂ ਦੀ ਚੀਜ਼, ਤੇਲ ਵੀ ਹੋ ਗਿਆ ਇੱਥੇ ਤੱਕ ਜਿਹੜਾ ਰਿਫਾਈਨਡ ਹੁੰਦਾ ਹੈ, ਇਹ ਸਭ ਚੀਜ਼ਾਂ ਬਿਲਕੁਲ ਛੱਡਣੀਆਂ ਪੈਣਗੀਆਂ। ਸਾਰੇ ਐਨੀਮਲ ਪ੍ਰੋਡਕਟਸ ਬੰਦ ਕਰਨੇ ਪੈਣਗੇ ਔਰ ਕੁਝ ਕੇਸਿਸ ਵਿੱਚ ਗ੍ਰੇਨਸ ਨਾਲ, ਯਾਨੀ ਜਿਹੜੀ ਗੇਹੂੰ ਹੋ ਗਈ ਜਾਂ ਹੋਰ ਅਨਾਜ ਹੁੰਦੇ ਆ, ਇਹਦੇ ਨਾਲ ਵੀ ਆਟੋ ਇਮਿਊਨ ਰਿਐਕਸ਼ਨ ਟ੍ਰਿਗਰ ਹੋ ਸਕਦਾ ਹੈ। ਸੋ ਕੁਝ ਟਾਈਮ ਵਾਸਤੇ ਇਹਨਾਂ ਨੂੰ ਵੀ ਬਾਹਰ ਕੱਢਣਾ ਪਏਗਾ। ਤੇ ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੇ ਆਟੋ ਇਮਿਊਨ ਰਿਐਕਸ਼ਨਸ ਨੂੰ ਸਟਾਪ ਕਰਦੀਆਂ ਨੇ, ਹੋਲਡ ਕਰਦੀਆਂ ਨੇ। ਉਹ ਹੁੰਦੀਆਂ ਨੇ ਫਰੂਟਸ, ਉਹ ਹੁੰਦੇ ਨੇ ਗ੍ਰੀਨ ਵੈਜੀਟੇਬਲਸ, ਗ੍ਰੀਨ ਲੀਵਸ, ਇਸ ਤੋਂ ਇਲਾਵਾ ਨਟਸ ਹੋ ਗਏ, ਮੇਵੇ ਹੋ ਗਏ, ਸਪਰਾਊਟਸ ਹੋ ਗਏ, ਸੀਡਸ ਹੋ ਗਏ। ਇਹ ਜਿਹੜੀ ਸਾਰੀ ਚੀਜ਼ਾਂ ਨੇ, ਇਹਨਾਂ ਦੀ ਆਪਾਂ ਨੂੰ ਡਾਈਟ ਵਿੱਚ ਸ਼ਾਮਲ ਕਰਨਾ ਪਏਗਾ। तो जद ਆਪਾਂ ਜਿਸ ਦਿਨ ਸਾਨੂੰ ਇਹ ਡਾਇਗਨੋਸ ਹੋਇਆ ਉਸੇ ਦਿਨ ਹੀ ਅਗਰ ਅਸੀਂ ਆਪਣੇ ਬੱਚੇ ਦੀ ਡਾਈਟ ਵਿੱਚ ਫਰੂਟਸ, ਵੈਜੀਟੇਬਲਸ, ਗ੍ਰੀਨ ਲੀਵਸ, ਨਟਸ, ਸੀਡਸ, ਸਪਰਾਊਟਸ ਇਹ ਚੀਜ਼ਾਂ ਐਡ ਕਰ ਦਈਏ ਤੇ ਜਿਹੜੀ ਬਾਕੀ ਚੀਜ਼ਾਂ ਮੈਂ ਦਸੀਆਂ, ਗ੍ਰੇਨਸ ਹੋ ਗਈਆਂ, ਐਨੀਮਲ ਪ੍ਰੋਡਕਟਸ ਹੋ ਗਏ ਤੇ ਰਿਫਾਈਨਡ ਚੀਜ਼ਾਂ ਹੋ ਗਈਆਂ, ਅਗਰ ਆਪਾਂ ਇਹ ਕੱਢ ਦਈਏ ਤੇ ਦੇਖਿਆ ਜਾ ਸਕਦਾ ਹੈ ਕਿ ਥੋੜੇ ਟਾਈਮ ਬਾਅਦ ਉਹਨਾਂ ਦੀ ਸ਼ੂਗਰ ਰੈਗੂਲੇਟ ਹੋ ਕੇ ਇੱਕ ਨਾਰਮਲ ਰੇਂਜ ਵਿੱਚ ਆ ਜਾਂਦੀ ਹੈ, ਇਫ ਦਿਸ ਇਜ਼ ਡਨ at the time of diagnosis। लेकिन अगर काफी टाइम तो 4 साल 5 साल 10 साल तो डायबिटीज टाइप 1 ਹੋਵੇ ਤੇ ਅਸੀਂ ਦੇਖਿਆ ਹੈ ਕਿ ਫੁੱਲੀ ਕਿਉਰ ਕਰਨਾ ਤਾਂ ਪੋਸੀਬਲ ਨਹੀਂ ਹੋ ਪਾਉਂਦਾ, ਜਾਂ ਬਹੁਤ ਹੀ ਰੇਅਰ ਐਕਸੈਪਸ਼ਨਲ ਕੇसेस ਹੁੰਦੇ ਨੇ ਜਿਹਦੇ ਵਿੱਚ ਫੁੱਲ ਰਿਵਰਸਲ ਔਰ ਇਨਸੂਲਿਨ ਫ੍ਰੀ ਬੱਚਾ ਹੋ ਸਕਦਾ ਹੈ। ਪਰ ਮੈਂ ਆਪਣੇ ਐਕਸਪੀਰੀਅੰਸ ਵਿੱਚ ਦੇਖਿਆ ਹੈ ਕਿ ਐਟਲੀਸਟ 50% ਰਿਡਕਸ਼ਨ ਤਾਂ ਹਰ ਕੇਸ ਵਿੱਚ ਇਨਸੂਲਿਨ ਦੀ ਮਿਲ ਜਾਂਦੀ ਹੈ। ਜਿਵੇਂ ਹੁਣ ਮੰਨ ਲਓ ਬੱਚਾ 4 ਵਾਰ ਦਿਨ ਵਿੱਚ ਇਨਸੂਲਿਨ ਦਾ ਇੰਜੈਕਸ਼ਨ ਅਗਰ ਲਗਾ ਰਿਹਾ ਹੈ, ਸਵੇਰੇ, ਦੁਪਹਿਰ, ਸ਼ਾਮ ਤੇ ਰਾਤ, ਤੇ ਡਾਈਟ ਫੋਲੋ ਕਰਨ ਤੋਂ ਬਾਅਦ ਉਹਨੂੰ ਸਿਰਫ 2 ਵਾਰ ਜਾਂ 1 ਵਾਰ ਵਿੱਚ ਕੰਮ ਚੱਲ ਜਾਂਦਾ ਹੈ, ਜਾਂ ਕੁਝ ਬੱਚਿਆਂ ਦੇ ਕੇਸ ਵਿੱਚ ਨਹੀਂ ਵੀ ਲੈਣਾ ਪੈਂਦਾ ਅਗਰ ਉਹ 100% ਰॉ ਹੋਲ ਫੂਡ ਪਲਾਂਟ ਬੇਸਡ ਡਾਈਟ ਤੇ ਆ ਜਾਣ। ਜੀ ਜੀ ਬਿਲਕੁਲ। ਸੋ ਡਾਕਟਰ ਸਾਹਿਬ ਤੁਸੀਂ ਬਹੁਤ ਜਿਹੜੀਆਂ ਗੁਣਕਾਰੀ ਚੀਜ਼ਾਂ ਦੱਸੀਆਂ ਹੈਗੀਆਂ ਨੇ, ਤੇ ਮੇਰੇ ਮਨ ਦੇ ਵਿੱਚ ਇਹ ਸਵਾਲ ਆ ਰਿਹਾ ਸੀ ਕਿ ਜਿਹੜੇ ਦੁੱਧ ਪੀਂਦੇ ਬੱਚੇ ਨੇ ਉਹ ਤਾਂ 3-4 ਸਾਲ ਜਾਂ ਫਿਰ 5 ਸਾਲ ਤੱਕ ਹੁੰਦੇ ਨੇ,
ਕਈ ਹੁੰਦਾ ਕਿ 10 ਸਾਲ ਦੇ ਬੱਚਿਆਂ ਨੂੰ ਵੀ ਸ਼ੂਗਰ ਦੀ ਬਿਮਾਰੀ ਹੈ ਜਿਹੜੀ ਉਹ ਲੱਗ ਜਾਂਦੀ ਹੈ, ਜਾਂ ਫਿਰ ਉਸ ਤੋਂ ਵੱਡੀ ਉਮਰ ਦੇ ਬੱਚੇ ਨੇ ਤੇ ਉਹਨਾਂ ਦੀ ਵੀ ਕਿਉਰੇਬਲ ਹੋ ਸਕਦੀ ਹੈ। ਜਿਵੇਂ ਤੁਸੀਂ ਕਿਹਾ ਕਿ ਜੇ 4-5 ਸਾਲ ਬਾਅਦ ਪਤਾ ਲੱਗੇ ਤਾਂ ਘੱਟ ਚਾਂਸ ਹੁੰਦੇ ਨੇ, ਪਰ ਕਿਤੇ ਨਾ ਕਿਤੇ ਜਿਹੜਾ ਜਾਨ ਦਾ ਖਤਰਾ ਤਾਂ ਨਹੀਂ ਹੁੰਦਾ, ਬਚਾਇਆ ਜਾ ਸਕਦਾ ਹੈ। ਹਾਂ, ਡਾਇਬੀਟੀਜ਼ ਟਾਈਪ 1 ਦੇ ਕੇਸਿਸ ਵਿੱਚ ਕੀ ਹੁੰਦਾ ਹੈ ਕਿ ਅਗਰ ਸ਼ੂਗਰ ਐਕਸਟ੍ਰੀਮਲੀ ਹਾਈ ਹਾਈਪਰਗਲਾਈਸੈਮਿਕ ਹੋ ਜਾਏ ਜਾਂ ਐਕਸਟ੍ਰੀਮਲੀ ਲੋ ਹਾਈਪੋਗਲਾਈਸੈਮਿਕ ਹੋ ਜਾਏ ਤੇ ਐਮਰਜੈਂਸੀ ਡਿਪਾਰਟਮੈਂਟ ਵਿੱਚ ਭਰਤੀ ਹੋ ਜਾਣਾ ਪੈ ਸਕਦਾ ਹੈ ਕਈ ਵਾਰੀ। ਲੇਕਿਨ ਅਗਰ ਮਾਪਿਓ ਜਿਹੜੇ ਨੇ ਉਹ ਪ੍ਰੋਪਰਲੀ ਇਨਸੂਲਿਨ ਦੀ ਡੋਜ਼ੇਜ ਨੂੰ ਦੇਣਾ ਐਡਮਿਨਿਸਟਰ ਕਰਨਾ ਸਿੱਖ ਲੈਣ, ਪਲੱਸ ਡਾਈਟ ਐਂਡ ਲਾਈਫਸਟਾਈਲ ਬੱਚੇ ਦਾ ਇਸ ਤਰ੍ਹਾਂ ਬਣਾ ਦੇਣ ਜਿਹਦੇ ਨਾਲ ਉਹ ਬਹੁਤ ਜ਼ਿਆਦਾ ਸ਼ੂਗਰ ਸ਼ੂਟ ਕਰਕੇ ਹਾਈ ਨਾ ਜਾਵੇ ਜਾਂ ਬਹੁਤ ਜ਼ਿਆਦਾ ਲੋ ਨਾ ਜਾਵੇ, ਕਿਉਂਕਿ ਅਕਸਰ ਮੈਂ ਦੇਖਦਾ ਕਿ ਇਨਸੂਲਿਨ ਦੀ ਓਵਰਡੋਜ਼ ਕਰਕੇ ਕਈ ਸਾਰੇ ਬੱਚਿਆਂ ਵਿੱਚ ਸ਼ੂਗਰ ਬਹੁਤ ਜ਼ਿਆਦਾ ਅਚਾਨਕ ਘਟ ਜਾਂਦੀ ਹੈ, ਜਿਸ ਕਰਕੇ ਉਹਨਾਂ ਨੂੰ ਹਸਪਤਾਲ ਵੀ ਜਾਣਾ ਕਈ ਵਾਰੀ ਪੈ ਸਕਦਾ ਹੈ, ਐਮਰਜੈਂਸੀ ਸਿਚੁਏਸ਼ਨ ਬਣ ਜਾਂਦੀ ਹੈ। ਸੋ ਇਟਸ ਆਲਵੇਜ਼ ਗੁੱਡ ਕਿ ਇੱਕ ਚੰਗੀ ਡਾਈਟ ਐਂਡ ਲਾਈਫਸਟਾਈਲ ਡਾਇਬੀਟੀਜ਼ ਟਾਈਪ 1 ਦੇ ਬੱਚੇ ਨੂੰ ਕਿਵੇਂ ਦੇਣੀ ਹੈ ਇਹ ਸਿੱਖਣਾ ਬਹੁਤ ਜ਼ਰੂਰੀ ਬਣ ਜਾਂਦਾ ਹੈ। ਫਿਰ ਗੱਲ ਰਹੀ ਰਿਵਰਸਲ ਦੀ, ਅਸੀਂ ਕੁਝ ਸਾਇੰਟੀਫਿਕ ਜਰਨਲਸ ਐਂਡ ਰਿਸਰਚ ਪੇਪਰਸ ਪੜ੍ਹੇ ਨੇ, ਜਿਵੇਂ ਇੱਕ 16 ਸਾਲ ਦੀ ਕੁੜੀ ਦਾ ਮੈਂ ਪੜ੍ਹਿਆ ਸੀਗਾ ਕਿ ਉਹਦਾ ਸ਼ੂਗਰ ਜਿਹੜਾ ਸੀਗਾ ਬਹੁਤ ਹਾਈ ਰਹਿੰਦਾ ਸੀਗਾ, ਦਿਨ ਵਿੱਚ 4 ਵਾਰੀ ਇਨਸੂਲਿਨ ਲੱਗਦਾ ਸੀਗਾ, ਪਰ ਜਦ ਉਹਨਾਂ ਨੇ ਇੱਕ ਪ੍ਰੋਪਰ ਡਾਈਟ 100% ਰॉ ਪਲਾਂਟ ਬੇਸਡ ਡਾਈਟ ਤੇ ਉਹ ਆ ਗਏ ਤਾਂ ਉਹਨਾਂ ਨੂੰ ਬਿਨਾਂ ਇਨਸੂਲਿਨ ਦੇ ਹੀ ਉਹਨਾਂ ਦਾ ਸ਼ੂਗਰ ਜਿਹੜਾ ਸੀਗਾ ਉਹ 170 180 ਦੀ ਰੇਂਜ ਵਿੱਚ ਆ ਜਾਂਦਾ ਸੀਗਾ। ਈਵਨ ਮੇਰੇ ਵੀ ਕਲਾਇੰਟਸ ਡਾਇਬੀਟੀਜ਼ ਟਾਈਪ 1 ਦੇ ਬਹੁਤ ਸਾਰੇ ਦੁਨੀਆ ਵਿੱਚ ਹੈਗੇ, ਅਮਰੀਕਾ, ਕੈਨੇਡਾ, ਇਟਲੀ, US। ਸੋ ਇਹਨਾਂ ਵਿੱਚ ਮੈਂ ਦੇਖਿਆ ਇੱਕ ਕੁੜੀ ਸਾਡੀ ਇਟਲੀ ਵਿੱਚ 20 ਸਾਲ ਦੀ ਸੀਗੀ ਜਿਹਨੂੰ ਡਾਇਬੀਟੀਜ਼ ਡਿਟੈਕਟ ਹੋਈ ਸੀਗੀ ਤੇ ਉਹ ਦਿਨ ਵਿੱਚ 60 ਯੂਨਿਟਸ ਆਫ ਇਨਸੂਲਿਨ ਡੇਲੀ ਲੈਂਦੀ ਸੀਗੀ, ਪਰ ਜਦ ਉਹਨੇ ਸਾਡੀ ਡਾਈਟ ਸ਼ੁਰੂ ਕੀਤੀ ਤੇ 3-6 ਮਹੀਨੇ ਵਿੱਚ ਹੀ ਉਹਦਾ ਜਿਹੜਾ ਸ਼ੂਗਰ ਜਿਹੜਾ ਸੀਗਾ ਉਹ ਇਸ ਰੇਂਜ ਵਿੱਚ ਆ ਗਿਆ ਕਿ ਸਿਰਫ 10-12 ਯੂਨਿਟ ਇਨਸੂਲਿਨ ਲੈ ਕੇ ਵੀ ਉਹਦਾ ਦਿਨ ਦਾ ਕੰਮ ਚੱਲਣ ਲੱਗ ਪਿਆ। ਔਰ ਉਸ ਤੋਂ ਇਲਾਵਾ ਕੀ ਫਾਇਦੇ ਉਹਨੂੰ ਮਿਲੇ ਕਿ ਉਹਨੂੰ ਜਿਹੜੇ ਸਾਈਡ ਇਫੈਕਟਸ ਆ ਰਹੇ ਸੀਗੇ, ਬਹੁਤ ਸਾਰੀ ਬਿਮਾਰੀਆਂ ਨਾਲ ਦੇ ਨਾਲ ਲੱਗ ਰਹੀ ਸੀ, ਉਹ ਵੀ ਧੀਰੇ-ਧੀਰੇ ਠੀਕ ਹੋਣਾ ਸ਼ੁਰੂ ਹੋ ਗਿਆ, ਉਹਦਾ ਵਜ਼ਨ ਵਧਣਾ ਸ਼ੁਰੂ ਹੋ ਗਿਆ, ਫੇਸ ਤੇ ਗਲੋ ਆ ਗਿਆ। ਸੋ ਇਹ ਸਾਰੇ ਬੈਨੀਫਿਟਸ ਦੇਖਣ ਨੂੰ ਮਿਲ ਸਕਦੇ ਨੇ। ਜੀ, ਸੋ ਡਾਕਟਰ ਸਾਹਿਬ ਮੇਰਾ ਇੱਕ ਬੜਾ ਹੀ ਅਹਿਮ ਸਵਾਲ ਸੀ ਜਿਹੜਾ ਸ਼ਾਇਦ ਸੁਣਨ ਵਾਲੇ ਸਾਡੇ ਦਰਸ਼ਕਾਂ ਦੇ ਮਨ ਦੇ ਵਿੱਚ ਵੀ ਆ ਰਿਹਾ ਹੋਣਾ। ਤੁਸੀਂ ਕਿਹਾ ਸੀ ਕਿ ਪਲਾਂਟ ਬੇਸਡ ਜਿਹੜੀ ਡਾਈਟ ਤੁਸੀਂ ਦੱਸੀ ਹੈ, ਫਰੂਟ ਖਾਣੇ, ਸਬਜ਼ੀਆਂ ਜਾਂ ਫਿਰ ਸਪਰਾਊਟਸ ਖਾਣੇ ਨੇ, ਪੁੰਗਰੇ ਹੋਏ ਜਿਹੜੇ ਅਨਾਜ ਨੇ ਉਹ ਖਾਣੇ ਨੇ, ਜੇ ਉਹ ਬੱਚੇ ਲੈਣਾ ਸ਼ੁਰੂ ਕਰ ਦੇਣ ਡਾਇਬਟੀਜ਼ ਵਾਲੇ ਤਾਂ ਬਹੁਤ ਹੱਦ ਤੱਕ ਇਸ ਨੂੰ ਕਾਬੂ ਕੀਤਾ ਜਾ ਸਕਦਾ ਹੈ। ਪਰ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਬੱਚਿਆਂ ਨੂੰ ਇਹ ਖਾਣਾ ਖਵਾਉਣਾ ਕਿਵੇਂ ਹੈ, ਕਿਉਂਕਿ ਬੱਚੇ ਅੱਜ ਕੱਲ ਜੰਕ ਫੂਡ ਖਾਂਦੇ ਨੇ ਜਾਂ ਫਿਰ ਬੱਚੇ ਲੇਜ਼ ਵਗੈਰਾ ਖਾਂਦੇ ਨੇ, ਚਾਕਲੇਟਸ ਦੇ ਉੱਤੇ ਰਹਿੰਦੇ ਨੇ, ਰੋਟੀ ਵੱਲ ਤਾਂ ਉਹ ਮੂੰਹ ਹੀ ਨਹੀਂ ਕਰਦੇ ਹੁੰਦੇ। ਤੇ ਫਿਰ ਲੱਗਦਾ ਹੈਗਾ ਜਿਹੜਾ ਬੱਚਿਆਂ ਦਾ ਪਸੰਦੀਦਾ, ਹਰੇਕ ਬੱਚਾ ਖੀਰਾ ਖਾ ਲੈਂਦਾ, ਕਿਊਕੰਬਰ ਖਾ ਲੈਂਦਾ, ਪਰ ਬਾਕੀ ਜਿਹੜੀਆਂ ਫਲ ਸਬਜ਼ੀਆਂ ਨੇ ਉਹ ਤੋਂ ਹਰ ਬੱਚਾ ਜਿਹੜਾ ਕਿਤੇ ਨਾ ਕਿਤੇ ਭੱਜਦਾ ਹੁੰਦਾ ਹੈ। ਸਪਰਾਊਟਸ ਤਾਂ ਮੈਨੂੰ ਲੱਗਦਾ ਨਹੀਂ ਕਿ ਬੱਚੇ ਨੂੰ ਖਵਾਉਣੇ ਕੋਈ ਬਹੁਤ ਹੀ ਵੱਡੀ ਸੌਖੀ ਚੀਜ਼ ਹੈਗੀ ਹੈ। ਸੋ ਬੱਚੇ ਨੂੰ ਖਵਾਉਣਾ ਕਿਵੇਂ ਹੈ ਉਹ ਤੁਸੀਂ ਸਾਨੂੰ ਇਲਾਜ ਦੱਸ ਦਿਓ ਕਿ ਉਹਨਾਂ ਨੂੰ ਇਹ ਚੀਜ਼ਾਂ ਦੇਣੀਆਂ ਕਿਵੇਂ ਨੇ। ਹਾਂ, ਇਹ ਥੋੜਾ ਜਿਹਾ ਚੈਲੰਜ ਹੋ ਸਕਦਾ ਹੈ ਕਿਉਂਕਿ ਅੱਜ ਕੱਲ ਦਾ ਜਿੱਦਾਂ ਲਾਈਫ ਸਟਾਈਲ ਹੈ, ਟੀਵੀ ਹੋ ਗਿਆ ਜਾਂ ਸਕੂਲ ਜਾਈਏ ਤੇ ਬਾਕੀ ਬੱਚੇ ਜਿਹੜੀ ਚੀਜ਼ਾਂ ਖਾ ਰਹੇ ਨੇ, ਚੌਮਿਨ, ਪੀਜ਼ਾ ਵਗੈਰਾ ਦੇਖ ਕੇ ਤੇ ਫਿਰ ਬੱਚੇ ਦਾ ਆਪਣਾ ਵੀ ਮਨ ਕਰ ਜਾਂਦਾ ਹੈਗਾ। ਲੇਕਿਨ ਇੱਥੇ ਪੇਰੈਂਟਸ ਨੂੰ ਇਹ ਸਮਝਣਾ ਪਏਗਾ ਕਿ देयर इज नो अदर ਆਪਸ਼ਨ, ਕਿ ਅਗਰ ਆਪਾਂ ਨਹੀਂ ਚੰਗਾ ਲਾਈਫ ਸਟਾਈਲ ਐਂਡ ਡਾਈਟ ਬੱਚੇ ਦਾ ਬਣਾਵਾਂਗੇ ਤੇ ਜੇ ਅਸੀਂ ਉਹੀ ਪੈਕੇਜਡ ਫੂਡ, ਰਿਫਾਈਨਡ ਫੂਡ ਬੱਚਾ ਅਗਰ ਖਾਂਦਾ ਰਹੇਗਾ ਤੇ ਹੋ ਸਕਦਾ ਹੈ ਕਿ ਉਹਦੀ ਇਨਸੂਲਿਨ ਲੈ ਕੇ ਸ਼ੂਗਰ ਉਸ ਟਾਈਮ ਤਾਂ ਮੇਨਟੇਨ ਹੋ ਜਾਏ, ਪਰ ਡਾਊਨ ਦਾ ਲਾਈਨ 8 ਸਾਲ, 10 ਸਾਲ, 15 ਸਾਲ ਬਾਅਦ ਔਰ ਉਹਦੀ ਸ਼ੂਗਰ ਦੀ ਜਿਹੜੀ ਰੀਡਿੰਗਸ ਨੇ ਉਹ ਵੀ ਵਧਦੀਆਂ ਜਾਣਗੀਆਂ, ਇਨਸੂਲਿਨ ਦੀ ਡੋਜ਼ੇਜ ਵੀ ਵੱਧਦੀ ਜਾਏਗੀ, ਸਾਈਡ ਇਫੈਕਟਸ ਐਂਡ ਕੰਪਲਿਕੇਸ਼ਨਸ ਵੀ ਵੱਧਦੀਆਂ ਜਾਣਗੀ ਤੇ ਅੱਗੇ ਜਾ ਕੇ ਫਿਰ ਪ੍ਰੋਬਲਮ ਆਉਂਦੀਆਂ ਨੇ। ਤੇ ਡਾਇਬੀਟੀਜ਼ ਟਾਈਪ 1 ਦੇ ਪੇਸ਼ੈਂਟਸ ਨੂੰ ਹਰ ਤਰ੍ਹਾਂ ਦੀ ਬਿਮਾਰੀ ਦਾ ਰਿਸਕ ਵੱਧ ਜਾਂਦਾ ਹੈਗਾ। ਸੋ ਪੇਰੈਂਟਸ ਨੂੰ ਇਹ ਡਿਸਾਈਡ ਕਰਨਾ ਪਏਗਾ ਕਿ ਇਸ ਟਾਈਮ ਟੇਸਟ ਤੋਂ ਜ਼ਿਆਦਾ, ਬੱਚੇ ਦੇ ਨਖਰਿਆਂ ਤੋਂ ਜ਼ਿਆਦਾ ਇਸ ਟਾਈਮ ਉਹਦੀ ਜਿਹੜੀ ਹੈਲਥ ਹੈਗੀ ਉਹ ਜ਼ਿਆਦਾ ਜ਼ਰੂਰੀ ਹੈ। ਸੋ ਇੱਥੇ ਵਿੱਚ ਪੇਰੈਂਟਸ ਦਾ ਕੀ ਰੋਲ ਹੋ ਸਕਦਾ ਹੈ ਕਿ ਪੇਰੈਂਟਸ ਨੂੰ ਵੀ ਆਪਣੀ ਡਾਈਟ ਨੂੰ ਉਸ ਤਰ੍ਹਾਂ ਬਣਾ ਲੈਣਾ ਚਾਹੀਦਾ ਹੈ ਜਿਸ ਤਰ੍ਹਾਂ ਉਹ ਬੱਚਿਆਂ ਨੂੰ ਦੇਣਗੇ। ਜਿਵੇਂ ਹੁਣ ਬੱਚਿਆਂ ਨੂੰ ਬਹੁਤ ਸਾਰੇ ਉਹਨਾਂ ਨੇ ਗ੍ਰੀਨ ਵੈਜੀਟੇਬਲਸ ਖਿਲਾਣੇ ਨੇ, ਸਪਰਾਊਟਸ ਖਿਲਾਣੇ ਨੇ, ਫਰੂਟਸ ਖਿਲਾਣੇ ਨੇ, ਤੇ ਉਹ ਖੁਦ ਵੀ ਆਪਣੀ ਡਾਈਟ ਵਿੱਚ ਐਟਲੀਸਟ ਇੱਕ ਟਾਈਮ ਤਾਂ ਫਰੂਟ ਹੀ ਖਾਣ, ਇੱਕ ਟਾਈਮ ਤਾਂ ਸਲਾਦ, ਸੂਪ ਹੀ ਲੈਣ। ਸੋ ਇਸ ਤਰ੍ਹਾਂ ਦੀ ਚੀਜ਼ਾਂ ਪੇਰੈਂਟਸ ਵੀ ਕਰਨੀ ਸ਼ੁਰੂ ਕਰਨਗੇ ਔਰ ਇਹ ਕੋਈ ਮਾੜੀ ਚੀਜ਼ ਨਹੀਂ ਹੈਗੀ। ਪੇਰੈਂਟਸ ਵੀ ਅਗਰ ਫਰੂਟਸ ਖਾਣਗੇ, ਗ੍ਰੀਨ ਵੈਜੀਟੇਬਲਸ ਖਾਣਗੇ, ਸਪਰਾਊਟਸ ਖਾਣਗੇ, ਨਟਸ ਖਾਣਗੇ ਤੇ ਉਹਨਾਂ ਨੂੰ ਵੀ ਫਾਇਦਾ ਹੀ ਮਿਲੇਗਾ। ਸੋ ਜੇ ਉਹ ਇਸ ਤਰ੍ਹਾਂ ਫੋਲੋ ਕਰਨ ਲੱਗ ਪੈਣਗੇ ਆਪਣੇ ਬੱਚਿਆਂ ਦੇ ਖਾਤਰ ਤੇ ਬੱਚਿਆਂ ਵੀ ਦੇਖ ਕੇ ਆਲਮੋਸਟ ਸਿਮਿਲਰ ਆਪਣੇ ਪੇਰੈਂਟਸ ਨੂੰ ਕਾਪੀ ਕਰਦੇ ਨੇ, ਕਿਉਂਕਿ ਜੋ ਪੇਰੈਂਟਸ ਕਰਦੇ ਨੇ ਬੱਚੇ ਵੀ ਉਸ ਤਰ੍ਹਾਂ ਹੀ ਕਰਨਾ ਸ਼ੁਰੂ ਕਰ ਦਿੰਦੇ ਨੇ। ਤੇ ਜੇ ਉਹ ਇੱਕ ਆਦਤ ਬਣਾ ਦਿੱਤੀ ਤੇ ਉਹੀ ਫੂਡ ਜਿਹਨੂੰ ਆਪਾਂ ਸੋਚਦੇ ਹਾਂ ਕਿ ਯਾਰ ਇਹ ਕੌਣ ਖਾਏਗਾ, ਉਹੀ ਸਾਨੂੰ ਸਵਾਦ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਸਾਡੇ ਟੇਸਟ ਬਡਸ ਉਹਦੇ ਨਾਲ ਅਡੈਪਟ ਕਰ ਲੈਂਦੇ ਨੇ। ਜੀ ਬਿਲਕੁਲ। ਸੋ ਡਾਕਟਰ ਸਾਹਿਬ ਇੱਕ ਮੈਂ ਜ਼ਰੂਰ ਸਵਾਲ ਪੁੱਛਾਂਗੀ, ਇਹ ਤਾਂ ਸੀ ਕਿ ਜਿਹੜੇ ਬੱਚਿਆਂ ਨੂੰ ਡਾਇਬਟੀਜ਼ ਹੋ ਜਾਂਦੀ ਹੈ, ਸ਼ੂਗਰ ਦੀ ਬਿਮਾਰੀ ਹੋ ਜਾਂਦੀ ਹੈ, ਉਹਨਾਂ ਨੇ ਕੀ ਡਾਈਟ ਲੈਣੀ ਹੈ। ਸੋ ਇਹ ਬਿਮਾਰੀ ਲੱਗੇ ਹੀ ਨਾ ਬੱਚਿਆਂ ਦਾ ਸ਼ੁਰੂਆਤ ਤੋਂ ਕੀ
ਕੀ ਭੋਜਨ ਹੋਣਾ ਚਾਹੀਦਾ ਹੈ, ਉਹ ਵੀ ਆਪਾਂ ਇੱਕ ਵਾਰੀ ਫੇਰ ਦੁਬਾਰਾ ਦੱਸ ਦਈਏ। ਹਾਲਾਂਕਿ ਆਪਣੇ ਸਾਰੇ ਪ੍ਰੋਗਰਾਮ ਦੇ ਵਿੱਚ ਇਸੇ ਤੇ ਗੱਲ ਕੀਤੀ ਗਈ ਹੈ ਕਿ ਇਸ ਤਰ੍ਹਾਂ ਦਾ ਜਿਹੜਾ ਭੋਜਨ ਦੇਣਾ ਚਾਹੀਦਾ। ਇੱਕ ਵਾਰੀ ਬਰੀਫ ਦੇ ਵਿੱਚ ਜ਼ਰੂਰ ਦੱਸੋ ਕਿ ਕਿਸੇ ਬੱਚੇ ਨੂੰ ਇਹ ਬਿਮਾਰੀ ਹੋਵੇ ਹੀ ਨਾ, ਸਾਡਾ ਕਿਸ ਤਰ੍ਹਾਂ ਦਾ ਭੋਜਨ ਹੈ ਜਿਹੜਾ ਉਹ ਹੋਣਾ ਚਾਹੀਦਾ ਹੈ, ਕੁਦਰਤੀ ਭੋਜਨ ਕਿਸ ਤਰੀਕੇ ਦਾ ਹੋਣਾ ਚਾਹੀਦਾ ਹੈ, ਤੇ ਉਸਦੇ ਨਾਲ ਹੀ ਤੁਸੀਂ ਇਹ ਵੀ ਜ਼ਰੂਰ ਦੱਸਿਓ ਕਿ ਜਿਹੜਾ ਕੁਦਰਤੀ ਇਲਾਜ ਹੈ ਤੇ ਨਾਲ ਹੀ ਜਿਹੜਾ ਐਲੋਪੈਥਿਕ ਇਲਾਜ ਹੈ ਉਹਦੇ ਵਿੱਚ ਕਿੰਨਾ ਕੁ ਫਰਕ ਹੁੰਦਾ ਹੈ। ਹਾਂ, ਜਿਵੇਂ ਹੁਣ ਐਲੋਪੈਥਿਕ ਇਲਾਜ ਦੀ ਆਪਾਂ ਗੱਲ ਕਰੀਏ ਤੇ ਉਹਦੇ ਵਿੱਚ ਅਗਰ ਜਿਸ ਦਿਨ ਪਹਿਲੀ ਗੱਲ ਤਾਂ ਜਿਵੇਂ ਬੱਚੇ ਨੂੰ ਪ੍ਰੋਬਲਮ ਆਉਂਦੀ ਹੈ, ਬਹੁਤ ਜ਼ਿਆਦਾ ਪਿਸ਼ਾਬ ਕਰਦਾ ਹੈ, ਬਹੁਤ ਥੱਕਿਆ ਹੁੰਦਾ ਹੈ, weight loss ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਸਮਝ ਆ ਜਾਂਦਾ ਹੈ ਕਿ ਕੋਈ ਪ੍ਰੋਬਲਮ ਹੈ, ਤੇ ਜਿਵੇਂ ਡਾਕਟਰ ਕੋਲ ਜਾਂਦੇ ਆ, ਸ਼ੂਗਰ ਚੈੱਕ ਹੁੰਦਾ ਹੈ ਤੇ ਉਹ ਸਿੱਧਾ 400 500 600 ਤੱਕ ਪਹੁੰਚਿਆ ਹੁੰਦਾ ਹੈ ਤੇ ਡਾਕਟਰ ਉਸ ਟਾਈਮ ਕਹਿੰਦਾ ਹੈ ਕਿ ਹੁਣ ਇਨਸੂਲਿਨ ਥੈਰੇਪੀ ਸ਼ੁਰੂ ਕਰਨੀ ਪਏਗੀ ਤੇ ਉਸ ਦਿਨ ਤੋਂ ਇਨਸੂਲਿਨ ਥੈਰੇਪੀ ਸ਼ੁਰੂ ਹੋ ਜਾਂਦੀ ਹੈ ਔਰ ਡਾਕਟਰ ਕੋਈ ਹੋਰ ਚੀਜ਼ ਨਹੀਂ ਦੱਸਦੇ ਕਿ ਇਸ ਤੋਂ ਇਲਾਵਾ ਕੀ ਚੀਜ਼ ਕੀਤੀ ਜਾ ਸਕਦੀ ਹੈ। ਸੋ ਉਸ ਦਿਨ ਤੋਂ ਇਨਸੂਲਿਨ ਜਿਹੜਾ ਹੈਗਾ ਉਹ ਲੈਣਾ ਸ਼ੁਰੂ ਕਰਦਾ ਹੈ ਤੇ ਥੋੜੇ ਦਿਨ ਵਿੱਚ ਦੇਖਦਾ ਹੈ ਕਿ ਸ਼ੂਗਰ ਜਿਹੜਾ ਹੈਗਾ ਰੇਂਜ ਵਿੱਚ ਆਣਾ ਸ਼ੁਰੂ ਹੋ ਜਾਂਦਾ ਹੈ। ਲੇਕਿਨ ਆਫਟਰ ਅ ਫਿਊ ਮੰਥਸ ਫਿਰ ਉਹ ਸ਼ੂਗਰ ਰੀਡਿੰਗਸ ਵਧਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਫਿਰ ਇਨਸੂਲਿਨ ਦੀ ਡੋਜ਼ ਡਾਕਟਰ ਵਧਾ ਦਿੰਦਾ ਹੈ। ਸੋ ਇਹ ਪੂਰੀ ਲਾਈਫ ਇਸ ਤਰ੍ਹਾਂ ਹੀ ਸ਼ੂਗਰ ਦੀ ਰੀਡਿੰਗਸ ਫਲਕਚੁਏਟ ਕਰਦੀਆਂ ਰਹਿੰਦੀਆਂ ਨੇ ਤੇ ਇਨਸੂਲਿਨ ਦੀ ਜਿਹੜੀ ਡੋਜ਼ ਹੈ ਉਹ ਵੱਧਦੀ ਜਾਂਦੀਆਂ ਨੇ ਔਰ ਨਾਲ ਦੀ ਨਾਲ ਜਿਹੜੀ ਸ਼ੂਗਰ ਦੇ ਅੰਦਰ ਡੈਮੇਜ ਹੋ ਰਿਹਾ ਸੀਗਾ ਉਹ ਡੈਮੇਜ ਵੀ ਪੂਰੀ ਤਰ੍ਹਾਂ ਨਹੀਂ ਕਵਰ ਅਪ ਹੋ ਪਾਉਂਦਾ ਤੇ ਇੱਕ ਪ੍ਰੋਬਲਮ ਬਣਦੀ ਰਹਿੰਦੀ ਹੈ ਅੱਗੇ ਜਾ ਕੇ। ਲੇਕਿਨ ਅਗਰ ਆਪਾਂ ਨੈਚੁਰਲ ਟ੍ਰੀਟਮੈਂਟ ਵੱਲ ਆਈਏ ਤੇ ਉਹਦੇ ਵਿੱਚ ਕੀ ਹੁੰਦਾ ਹੈ, ਸਾਡੀ ਡਾਈਟ ਵਿੱਚ ਉਹ ਚੀਜ਼ਾਂ ਜਿਹੜੀ ਆਟੋ ਇਮਿਊਨ ਰਿਐਕਸ਼ਨ ਨੂੰ ਟ੍ਰਿਗਰ ਕਰਦੀਆਂ ਨੇ ਉਹਨਾਂ ਨੂੰ ਥੋੜੀ ਦੇਰ ਵਾਸਤੇ, ਥੋੜੇ ਮਹੀਨਿਆਂ ਵਾਸਤੇ ਕੱਟ ਕਰਕੇ ਅਸੀਂ ਆਪਣੇ ਪੈਨਕ੍ਰੀਆਟਿਕ ਬੀਟਾ ਸੈਲਸ ਸੇ ਦੁਬਾਰਾ ਵਰਕ ਕਰਨਾ ਸ਼ੁਰੂ ਕਰਦੇ ਨੇ ਕਿ ਕੀ ਪਤਾ ਅਜੇ ਵੀ ਉਮੀਦ ਹੋਏ ਕਿ देयर इज अ रीजनरेशन ऑफ ਬੀਟਾ ਸੈਲਸ। ਐਂਡ ਕਾਫੀ ਕੇਸਿਸ ਵਿੱਚ ਇਸ ਤਰ੍ਹਾਂ ਹੁੰਦਾ ਵੀ ਹੈਗਾ, ਅਸੀਂ ਵੀ ਦੇਖਿਆ ਹੈ, ਕਾਫੀ ਸਾਰੇ ਡਾਕਟਰਸ ਨੇ ਵੀ ਦੇਖਿਆ ਹੈ ਇਸ ਤਰ੍ਹਾਂ ਹੋ ਜਾਂਦਾ ਹੈਗਾ। ਲੇਕਿਨ that depends on case to case, ਹਰ ਕੇਸ 100% ਰਿਵਰਸਲ ਕਰ ਪਾਏਗਾ that is not possible, but benefit and relief ਸਾਰਿਆਂ ਨੂੰ ਮਿਲਦਾ ਹੈਗਾ ਐਂਡ ਕੁਝ ਰੇਅਰ ਕੇਸਿਸ, ਐਕਸੈਪਸ਼ਨਲ ਕੇਸਿਸ ਪੂਰੀ ਤਰ੍ਹਾਂ ਵੀ ਇਨਸੂਲਿਨ ਫ੍ਰੀ ਹੋ ਜਾਂਦੇ ਨੇ ਅਗਰ ਉਹ ਪ੍ਰੋਪਰ ਇੱਕ ਡਾਈਟ ਤੇ ਆ ਜਾਣ। ਸੋ ਇਹ ਡਿਫਰੈਂਸ ਹੁੰਦਾ ਹੈਗਾ ਨੈਚੁਰੋਪੈਥਿਕ ਤੇ ਐਲੋਪੈਥਿਕ ਅਪਰੋਚ ਦਾ। ਤੇ ਹੁਣ ਆਪਾਂ ਗੱਲ ਕਰੀਏ ਕਿ ਪ੍ਰੀਵੈਂਟ ਕਿਵੇਂ ਕੀਤਾ ਜਾਵੇ। ਜਿਹੜੇ ਮਾਪਿਓ ਆਪਣੇ ਬੱਚਿਆਂ ਨੂੰ ਚਾਹੁੰਦੇ ਨੇ ਕਿ ਨਾ ਇਸ ਤਰ੍ਹਾਂ ਦੀ ਪ੍ਰੋਬਲਮਸ ਹੋਣ, ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਬੱਚਿਆਂ ਨੂੰ ਸਤਨਪਾਨ ਹੀ ਕਰਾਉਣਾ ਚਾਹੀਦਾ ਹੈ। ਮਦਰਸ ਮਿਲਕ ਇਜ਼ ਦਾ ਫੂਡ ਫॉर द ਚਾਈਲਡ। ਉਹਨੂੰ ਇਨਫੈਂਟ ਫਾਰਮੂਲਾ ਜਾਂ ਚਾਕਲੇਟ ਪਾਊਡਰ ਇਹ ਸਭ ਚੀਜ਼ਾਂ ਦੇ ਕੇ ਨਹੀਂ ग्रो करना चाहिए हैगा। सैकेंडली आजकल ਜਿਹੜਾ ਚੌਮੀਨ, ਪੀਜ਼ਾ, 버ਗਰਸ ਔਰ ਇਸ ਤਰ੍ਹਾਂ ਦੇ ਆਇਲਸ ਤੇ ਚੀਜ਼ਾਂ ਚੱਲੀਆਂ ਨੇ, ਇਹਨਾਂ ਚੀਜ਼ਾਂ ਤੋਂ ਬਚਾ ਕੇ ਰੱਖਣਾ ਚਾਹੀਦਾ ਆਪਣੇ ਬੱਚਿਆਂ ਨੂੰ ਤੇ ਚੰਗਾ ਹੀ ਫੂਡ ਉਹਨਾਂ ਨੂੰ ਖਿਲਾਉਣਾ ਚਾਹੀਦਾ ਹੈਗਾ। ਔਰ ਸੈਕੰਡਲੀ ਜਿਵੇਂ ਆਪਾਂ ਗੱਲ ਕੀਤੀ ਸੀ ਕਿ ਕੈਮੀਕਲ ਬੇਸ ਜਿਹੜੇ ਟੀਕੇ ਨੇ ਉਹਨਾਂ ਨੂੰ ਵੀ ਜਾਗਰੂਕ ਹੋ ਕੇ ਉਹਦੀ ਸਟੱਡੀ ਕਰਕੇ ਤੇ ਉਹੀ ਟੀਕੇ ਲੈਣੇ ਚਾਹੀਦੇ ਨੇ ਜਿਹੜੇ ਸੇਫ ਲੱਗਣ। ਜਿਹੜਾ ਟੀਕਾ ਤੁਹਾਨੂੰ ਲੱਗੇ ਕਿ ਬਹੁਤ ਜ਼ਿਆਦਾ ਕੈਮੀਕਲਸ ਨੇ, ਨਹੀਂ ਠੀਕ ਲੱਗ ਰਿਹਾ, ਆਪਣੇ ਡਾਕਟਰ ਦੀ ਸਲਾਹ ਨਾਲ ਤੁਸੀਂ ਉਹ ਵੀ डिस्कस कर सकते हो। ते उस तो इलावा किहड़ियां चीज़ां नहीं खानियां ने ते किहड़ियां चीज़ां खानियां ने, दैट इज ग्रीन वेजिटेबल्स, ग्रीन लीव्स, फ्रूट्स, स्प्राउट्स, नट्स, सीड्स, ਇਹ ਚੀਜ਼ਾਂ ਵਧੀਆ ਹੁੰਦੀਆਂ ਨੇ। ਜੀ ਬਿਲਕੁਲ। ਸੋ ਇੱਕ ਹੈਲਦੀ ਡਾਈਟ ਹੈ ਜਿਹੜੀ ਇੱਕ ਇਨਸਾਨ ਦੇ ਤੰਦਰੁਸਤ ਰਹਿਣ ਦੇ ਲਈ ਜਦੋਂ ਬਚਪਨ ਤੋਂ ਲੈ ਕੇ ਹੀ ਇਹ ਜਿਹੜੀ ਖੁਰਾਕ ਖਾਧੀ ਜਾਂਦੀ ਹੈ ਤਾਂ ਮੈਨੂੰ ਲੱਗਦਾ ਨਹੀਂ ਕਿ ਕੋਈ ਵੀ ਬਿਮਾਰੀ ਤੁਹਾਨੂੰ ਜਕੜ ਸਕਦੀ ਹੈ। ਜੇ ਤੁਸੀਂ ਪੂਰਾ ਦਿਨ ਜੰਕ ਫੂਡ ਤੇ ਰਹਿੰਦੇ ਹੋ ਜਾਂ ਫਿਰ ਪੂਰਾ ਦਿਨ ਦੀ ਬਜਾਏ ਤੁਸੀਂ ਦਿਨ ਦੇ ਵਿੱਚ ਇੱਕ ਵਾਰੀ ਜੰਕ ਫੂਡ ਖਾਂਦੇ ਹੋ, ਘਰ ਦਾ ਖਾਣਾ ਤੁਸੀਂ ਨਹੀਂ ਖਾਂਦੇ, ਬਾਹਰ ਦੇ ਖਾਣੇ ਨੂੰ ਪ੍ਰੈਫਰ ਕਰਦੇ ਹੋ, ਉਹੀ ਆਪਣੇ ਬੱਚਿਆਂ ਨੂੰ ਖਵਾਈ ਜਾਂਦੇ ਹੋ। ਸੋ ਉਹ ਚੀਜ਼ਾਂ ਨੇ ਜਿਹੜੀਆਂ ਉਹ ਫਿਊਚਰ ਦੇ ਵਿੱਚ ਬਿਮਾਰੀਆਂ ਹੀ ਲੈ ਕੇ ਆਉਣਗੀਆਂ ਤੇ ਇਸ ਤੋਂ ਬੈਟਰ ਹੁੰਦਾ ਕਿ ਜਦੋਂ ਬਿਮਾਰੀਆਂ ਦੇ ਨਾਲ ਘੁਲਦੇ ਤੁਸੀਂ ਆਪਣਾ ਸਮਾਂ ਉਧਰ ਸਾਰਾ ਲਾ ਦੇਣਾ, ਜਿਹੜਾ ਕੁਝ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਚੰਗਾ ਕਰਨ ਦੇ ਵਿੱਚ ਲਾਉਣਾ ਹੁੰਦਾ ਉਹ ਤੁਸੀਂ ਬਿਮਾਰੀਆਂ ਨੂੰ ਹਟਾਉਣ ਦੇ ਫਿਰ ਵਿੱਚ ਲਾਉਂਦੇ ਰਹਿੰਦੇ ਹੋ। ਨਾਲੇ ਤੁਹਾਡਾ ਸਮਾਂ ਵੀ ਜਾਂਦਾ ਹੈ, ਨਾਲੇ ਆਪਣੇ ਪੈਸੇ ਵੀ ਡਾਕਟਰਾਂ ਨੂੰ ਦੇ ਕੇ ਆਪਾਂ ਸਾਰਾ ਕੁਝ ਵੇਸਟ ਕਰਦੇ ਰਹਿੰਦੇ ਆ। ਉਸ ਤੋਂ ਬੈਟਰ ਹੁੰਦਾ ਕਿ ਸ਼ੁਰੂ ਤੋਂ ਹੀ ਖੁਰਾਕ ਹੈ ਜਿਹੜੀ ਆਪਾਂ ਸਹੀ ਖਾਈਏ। ਸੋ ਡਾਕਟਰ ਸਾਹਿਬ ਨੇ ਜੋ ਆਪਾਂ ਨੂੰ ਗੱਲਾਂ ਦੱਸੀਆਂ ਨੇ ਜ਼ਰੂਰ ਆਪਾਂ ਉਹਨਾਂ ਨੂੰ ਫੋਲੋ ਕਰੀਏ ਤਾਂ ਕਿ ਭਵਿੱਖ ਹੈ ਜਿਹੜਾ ਸਾਡਾ ਤੰਦਰੁਸਤ ਰਹੇ ਅਤੇ ਖੂਬਸੂਰਤ ਰਹੇ। ਸੋ ਡਾਕਟਰ ਸਾਹਿਬ ਅਗਲੇ ਪ੍ਰੋਗਰਾਮ ਦੇ ਵਿੱਚ ਆਪਾਂ ਦਰਸ਼ਕਾਂ ਦੇ ਲਈ ਕੀ ਨਵੀਂ ਗੱਲ ਹੈ ਜਿਹੜੀ ਉਹ ਲੈ ਕੇ ਆਵਾਂਗੇ, ਕਿਹੜੀ ਬਿਮਾਰੀ ਦੇ ਬਾਰੇ ਜਾਂ ਫਿਰ ਕਿਹੜੀ ਖੁਰਾਕ ਦੇ ਬਾਰੇ ਗੱਲ ਕਰਾਂਗੇ, ਤੁਸੀਂ ਕੁਝ ਦੱਸਣਾ ਚਾਹੁੰਦੇ ਹੋ ਜਾਂ ਫਿਰ ਆਪਾਂ ਦਰਸ਼ਕਾਂ ਤੇ ਸਿੱਟ ਦਈਏ ਕਿ ਜੋ ਤੁਸੀਂ ਸਾਨੂੰ ਕਹੋਗੇ ਅਸੀਂ ਉਹ ਤੇ ਗੱਲ ਕਰ ਲਾਂਗੇ। ਹਾਂਜੀ ਜਿਵੇਂ ਪਿਛਲਾ ਪ੍ਰੋਗਰਾਮ ਆਪਾਂ ਡਾਇਬੀਟੀਜ਼ ਤੇ ਕੀਤਾ ਸੀਗਾ ਔਰ ਬਹੁਤ ਲੋਕਾਂ ਨੇ ਪਿਆਰ ਦਿੱਤਾ ਤੇ ਕਮੈਂਟਸ ਵਿੱਚ ਮੈਂ ਪੜ੍ਹ ਰਿਹਾ ਸੀਗਾ, ਮੈਂ ਵੀ ਕਮੈਂਟਸ ਪੜ੍ਹੇ, 200 ਤੋਂ ਉੱਤੇ ਕਮੈਂਟਸ ਸੀਗੇ ਤੇ ਡਾਇਬੀਟੀਜ਼ ਟਾਈਪ 1 ਬਾਰੇ ਬਹੁਤ ਸਾਰੇ ਕਮੈਂਟਸ ਸੀਗੇ, ਬੱਚਿਆਂ ਬਾਰੇ ਸ਼ੂਗਰ ਵਿੱਚ ਦੱਸਿਆ ਜਾਵੇ। ਸੋ ਅੱਜ ਆਪਣਾ ਸ਼ੋਅ ਜਿਹੜਾ ਸੀਗਾ ਟਾਈਪ 1 ਡਾਇਬੀਟੀਜ਼ ਬਾਰੇ ਕੀਤਾ ਗਿਆ। ਸੋ ਇਸ ਵੀਡੀਓ ਦੇ ਥੱਲੇ ਤੁਸੀਂ ਜੋ ਕਮੈਂਟਸ ਕਰੋਗੇ ਉਸ ਦੇ ਉੱਤੇ ਆਪਾਂ ਅਗਲਾ ਸ਼ੋਅ ਆਪਣਾ ਕਰ ਸਕਦੇ ਹਾਂ ਸੋ ਦੈਟ ਕਿ ਤੁਹਾਡੀ ਡਿਮਾਂਡ ਦੇ ਅਨੁਸਾਰ ਅਸੀਂ ਸ਼ੋਅ ਕਰੀਏ। ਜੀ ਬਿਲਕੁਲ। ਸੋ ਡਾਕਟਰ ਸਾਹਿਬ ਹੁਣੇ ਇੱਕ ਕਮੈਂਟ ਦੇਖਿਆ ਸੀ, ਇੱਕ
ਭੈਣ ਦਾ ਕਮੈਂਟ ਆਇਆ ਹੋਇਆ, ਮੈਨੂੰ ਨਾਮ ਨਹੀਂ ਯਾਦ ਹੈਗਾ। ਉਹਨਾਂ ਨੇ ਕਿਹਾ ਸੀ ਕਿ ਮੈਂ ਪ੍ਰੈਗਨੈਂਟ ਹਾਂ ਤੇ ਮੈਨੂੰ ਡਾਇਬਟੀਜ਼ ਹੈ ਤੇ ਮੈਨੂੰ ਕੀ ਕਰਨਾ ਚਾਹੀਦਾ। ਉਹ ਆਪਾਂ ਅਗਲੇ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਜ਼ਰੂਰ ਉੱਤਰ ਦੇਵਾਂਗੇ। ਹੁਣ ਸਮਾਂ ਜਿਹੜਾ ਹੈਗਾ ਉਹ ਖਤਮ ਹੁੰਦਾ ਜਾ ਰਿਹਾ, ਸੋ ਅਗਲੇ ਪ੍ਰੋਗਰਾਮ ਦੇ ਵਿੱਚ ਅਸੀਂ ਪਹਿਲਾਂ ਇਸ ਸਵਾਲ ਦਾ ਉੱਤਰ ਦੇਵਾਂਗੇ ਤੇ ਫਿਰ ਜੋ ਵੀ ਤੁਸੀਂ ਜਿਹੜੀ ਵੀ ਤੁਹਾਡੀ ਡਿਮਾਂਡ ਹੋਏਗੀ ਉਸੇ ਤੇ ਅਸੀਂ ਪ੍ਰੋਗਰਾਮ ਕਰਾਂਗੇ। ਸੋ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ, ਡਾਕਟਰ ਕਮਲਪ੍ਰੀਤ ਸਿੰਘ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਖਾਸ ਤੌਰ ਤੇ ਸਮਾਂ ਕੱਢਿਆ ਹੈ, ਕਿਉਂਕਿ ਜਿਸ ਵਕਤ ਆਪਾਂ ਪ੍ਰੋਗਰਾਮ ਕਰ ਰਹੇ ਹਾਂ ਪੰਜਾਬ ਦੇ ਵਿੱਚ ਤਾਂ ਇਸ ਵਕਤ ਰਾਤ ਹੋ ਰਹੀ ਹੈ ਤੇ ਕੈਨੇਡਾ ਦੇ ਵਿੱਚ ਦਿਨ ਚੜ ਰਿਹਾ। ਸੋ ਪੂਰਾ ਜਿਹੜਾ ਇਹ ਡਿਫਰੈਂਸ ਹੈ ਸਮੇਂ ਦਾ ਉਹ ਵੀ ਕਿਤੇ ਨਾ ਕਿਤੇ ਇੱਕ ਚੈਲੰਜ ਹੁੰਦਾ ਹੈ ਕਨੈਕਟੀਵਿਟੀ ਦਾ। ਸੋ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ, ਤੁਸੀਂ ਖਾਸ ਸਾਡੇ ਲਈ ਸਮਾਂ ਕੱਢਿਆ। ਅਗਲੇ ਹਫਤੇ ਫਿਰ ਮਿਲਦੇ ਹਾਂ ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਜੀ। ਸਤਿ ਸ਼੍ਰੀ ਅਕਾਲ।